ਸਾਨੂੰ ਜੈਮ ਸੀਰੀ ਜੈਮ ਸੀਰੀ। ਬਦਕਵਾਲ ਜੀ ਆਪਾਂ ਕਰ ਰਹੇ ਹੈਗੇ ਜਿਹੜੀ ਜੀ ਫਾਈਵ ਸਰ। ਫੋਲਡ ਮਿਨਿਸਟਰੀ ਜਿਹੜੀਆਂ ਪੰਜ ਜਿਹੜੀਆਂ ਸੇਵਕਾਈਆਂ ਜਿਹੜੀਆਂ ਜੀ। ਹਨਾ, ਉਹ ਜੋ ਯਿਸੂ ਮਸੀਹ ਦਿੰਦੇ ਆ ਔਰ ਪਵਿੱਤਰ ਆਤਮਾ ਉਸ ਮੁਤਾਬਕ ਜੀ ਉਹਨੂੰ ਇਸਤੇਮਾਲ ਕਰਦਾ ਹੈਗਾ। ਠੀਕ ਹੈ। ਪਹਿਲੀ ਜਿਹੜੀ ਸੇਵਕਾਈ ਜਿਹੜੀ ਆਪਾਂ ਦੇਖੀ ਹੈਗੀ ਆ ਜੀ, ਉਹ ਹੈਗੀ ਆ ਪ੍ਰੋਫਿਟ ਦੀ। ਨਹੀਂ, ਰਸੂਲ। ਸੌਰੀ, ਮੈਂ ਤਾਂ ਪ੍ਰੋਫਿਟ ਕਿਹਾ ਹੋ ਜਾਂਦਾ, ਰਸੂਲ ਦੀ। ਉਹ ਚੂੰਕਿ ਇਕੱਠੇ ਕੰਮ ਜੀ। ਅਪੋਸਲ ਦੀ, ਰਸੂਲ ਦੀ। ਠੀਕ ਹੈ। ਹਾਂਜੀ, ਸੋ ਉਹ ਸਭ ਤੋਂ ਪਹਿਲਾਂ ਉਹ ਜਾਂਦਾ। ਹਾਂਜੀ, ਠੀਕ ਹੈ। ਨਵੀਂ ਜਗ੍ਹਾ ਚਰਚ ਖੋਲ੍ਹਦਾ ਜਾ ਕੇ। ਹਾਂਜੀ, ਜਿੰਨਾ ਜਿੱਥੇ ਬੱਚਨ ਨਹੀਂ ਸੁਣਿਆ ਹੈਗਾ ਆਪਾਂ ਉਹ ਸਟੱਡੀ ਕਰ ਲਈਏ ਹੈ ਨਾ। ਤੇ ਰੈਫਰੈਂਸ ਕਿਹੜਾ ਸੀ? ਇਫਸੀਆਂ 4 ਦੀ ਆਪਣੇ 11 ਤੋਂ 13 ਦੇ ਵਿੱਚ 11 ਆਇਤ 'ਚ ਬਿਆਨ ਕੀਤਾ ਗਿਆ ਫਾਈਵ ਫੋਲਡ ਮਿਨਿਸਟਰੀ। ਹਾਂਜੀ। ਤੇ ਉਹਦੇ ਵਿੱਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਰਸੂਲ ਦੀ ਅਸੀਂ ਦੇਖਿਆ ਰਸੂਲ ਕੌਣ ਹੁੰਦਾ ਹੈ ਤੇ ਉਹਦੀਆਂ ਨਿਸ਼ਾਨੀਆਂ ਨਿਸ਼ਾਨੀ ਜਿਹਦੇ ਤੋਂ ਸਾਨੂੰ ਪਤਾ ਲੱਗ ਜਾਏ ਉਹ ਯਾਰ ਇਹ ਰਸੂਲ ਹੈ। ਹਾਂ, ਠੀਕ ਹੈ। ਹਾਂਜੀ। ਉਹ ਰਸੂਲ ਇਹ ਨਹੀਂ ਜੇ ਇੱਕ ਜਗ੍ਹਾ ਡੇਰੇ ਲਾ ਲੇ ਨਾ, ਉਹ ਜਗ੍ਹਾ ਜਗ੍ਹਾ ਜਾਂਦਾ ਹੈ। ਠੀਕ ਹੈ। ਹਾਂਜੀ। ਅੱਛਾ, ਹੁਣ ਨਬੀ, ਹੁਣ ਹਾਂਜੀ ਪ੍ਰੋਫਿਟ ਹਾਂ, ਕਿਹੜਾ? ਪ੍ਰੋਫਿਟ ਤੇ ਉਸ ਵਾਲਾ। ਹਾਂ, ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਨਵੀਂ ਜਗ੍ਹਾ ਜਾ ਕੇ ਰਸੂਲ ਅਪੋਸਲ ਖੋਲ੍ਹਦਾ, ਚਰਚ ਸ਼ੁਰੂ ਕਰਦਾ, ਪਿੱਛੇ ਨਬੀ ਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਜਾਂਦਾ ਹੈਗਾ ਨਬੀ। ਉਸ ਤਰੀਕੇ ਦੇ ਨਾਲ ਆਪਾਂ ਫਿਰ ਹਾਂਜੀ ਹਾਂ। ਸੋ ਹੁਣ ਮਤਲਬ ਪ੍ਰੋਫਿਟ। ਪ੍ਰੋਫਿਟ ਹਾਂਜੀ। ਅੱਛਾ, ਇਹ ਉਹ ਖਾਦਮ ਹੁੰਦਾ ਹੈ ਜਿਹੜਾ ਬਰ ਵਕਤ ਯਾਨੀ ਜਿਹਦੀ ਲੋੜ ਹੈ ਉਦੋਂ ਪਰਮੇਸ਼ਵਰ ਪ੍ਰਭੂ ਯਿਸੂ ਤੇ ਪਵਿੱਤਰ ਆਤਮਾ ਕੋਲੋਂ ਇਹ ਪੈਗਾਮ ਲੈਂਦਾ ਹੈ ਤੇ ਉਹ ਫਿਰ ਲੈ ਕੇ ਤੇ ਭਵਿੱਖਬਾਣੀ ਕਰਦਾ ਹੈ, ਪੇਸ਼ਨ ਗੋਈ ਕਰਦਾ ਹੈ, ਪ੍ਰੋਫਸੀ ਕਰਦਾ ਹੈ। ਹਾਂਜੀ। ਤੇ ਉਹ ਫਿਰ ਲੋਕਾਂ ਨੂੰ ਕੁਝ ਗਾਈਡੈਂਸ ਦਿੰਦਾ ਹੈ। ਠੀਕ ਹੈ। ਤੇ ਉਹਨਾਂ ਨੂੰ ਦੱਸਦਾ ਹੈ ਚਰਚ ਵਿੱਚ ਵੀ ਜਿਹੜਾ ਚਰਚ ਕਾਇਮ ਹੋ ਰਿਹਾ ਹੁੰਦਾ ਹੈ ਉਹਦੇ ਵਿੱਚ ਫਿਰ ਇਹ ਪ੍ਰੋਫਿਟ ਆ ਜਾਂਦਾ ਹੈ। ਫਿਰ ਉਹਨਾਂ ਲਈ ਜਿਹੜਾ ਰੱਬ ਦਾ ਪੈਗਾਮ ਹੈ ਉਹ ਵੀ ਦਿੰਦਾ ਹੈ। ਠੀਕ ਹੈ। ਅਗਰ ਇੱਕ ਵਕਤ ਪ੍ਰੋਫਿਟ ਨਹੀਂ ਹੈ ਪਰ ਇਹ ਦਾਤ ਅਪੋਸਲ ਜਿਹੜਾ ਹੈ ਉਹਦੇ ਕੋਲੋਂ ਵੀ ਆਪਰੇਟ ਹੁੰਦੀ ਹੈ। ਠੀਕ ਹੈ। ਔਰ ਇਹ ਫਿਰ ਉਹਨਾਂ ਨੂੰ ਦੱਸਦਾ ਹੈ ਕਿ ਭਾਈ ਕੀ ਕਰਨ ਦੇ ਹੋ, ਇਹ ਪਰਮੇਸ਼ਵਰ ਦਾ ਪੈਗਾਮ ਤੁਹਾਡੇ ਲਈ ਤੁਸੀਂ ਆਊਟ ਹੋਏ ਦੇ ਹੋ, ਹੈ ਨਾ। ਤੇ ਅਗਰ ਤੁਸੀਂ ਜਿਹੜਾ ਇਹਦੇ ਮੁਤਾਬਿਕ, ਕਿਉਂਕਿ ਪ੍ਰੋਫਿਟ ਜਦੋਂ ਵੀ ਬੋਲਦਾ ਹੈ, ਨਬੀ ਬੋਲਦਾ ਹੈ, ਇਹ ਨਹੀਂ ਕਹਿੰਦਾ ਮੈਂ ਪ੍ਰੋਫਸੀ ਕਰਨਾ, ਮੈਂ ਬੋਲਣਾ। ਨੋ, ਲੈਟ ਦ ਗੋਡ ਸੇ ਕਿ ਇਹ ਖੁਦਾਵੰਦ ਫਰਮਾਉਂਦਾ ਹੈ, ਕਿਉਂਕਿ ਉਹ ਵਿਚੋਲਾ ਹੈ, ਮੀਡੀਏਟਰ ਹੈ, ਦਰਮਿਆਨੀ, ਕਿ ਇਹ ਖੁਦਾਵੰਦ ਨੇ ਕਿਹਾ ਤੇ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ। ਤੇ ਇਹ ਗੱਲ ਜੇ ਤੇ ਤੁਸੀਂ ਜੋ ਵੀ ਪੈਗਾਮ ਨੇ, ਤੇ ਜੇ ਇਹਦੇ ਤੇ ਨਹੀਂ ਚਲੋਗੇ ਤੇ ਤੁਹਾਨੂੰ ਮੁਸ਼ਕਿਲ ਪੇਸ਼ ਆ ਸਕਦੀ ਹੈ। ਅਸਾਂ ਦਾਤਾਂ 'ਚ ਵੀ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਪ੍ਰੋਫਸੀ ਜਿਹੜੀ ਹੈ ਉਹ ਚਰਚ ਵਿੱਚ ਹੁੰਦੀ ਹੈ। ਪਹਿਲਾਂ ਕਰੰਥੀਆਂ 14 ਦੀ 3 ਆਇਤ ਵਿੱਚ, ਹੈ ਨਾ। ਤਸੱਲੀ ਲਈ ਹੁੰਦੀ ਹੈ, ਨਸੀਹਤ ਲਈ ਹੁੰਦੀ ਹੈ, ਹੈ ਨਾ। ਹਾਂ, ਐਡੀਫਿਕੇਸ਼ਨ, ਇਨ 3 ਚੀਜ਼ਾਂ ਲਈ। ਸੋ ਇਹ ਨਾ ਯਿਸੂ ਦੇ ਸਰੀਰ ਜਾਂ ਬਦਨ ਨੂੰ ਬਿਲਡ ਕਰਦਾ ਹੈ, ਤਾਮੀਰ ਕਰਦਾ ਹੈ। ਠੀਕ ਹੈ। ਹਾਂਜੀ, ਇਹਦੇ ਵਿੱਚ ਇਹ ਕਿ ਤੇ ਦੂਜਾ ਜਿਹੜਾ ਹੈ ਨਾ ਉਹਨੂੰ ਅੱਗੇ ਆਇਤਾਂ ਬਾਅਦ ਵਿੱਚ ਮੈਂ ਸੋਚ ਰਿਹਾ ਪੜ੍ਹਾ ਦਾਂਗੇ। ਸੋ ਪਹਿਲੀ ਚੀਜ਼ ਕਿ ਉਹਨਾਂ ਨੂੰ ਬਿਲਡ ਕਰਦਾ ਹੈ, ਉਹ ਪਰਮੇਸ਼ਵਰ ਦੀ ਆਵਾਜ਼ ਨਬੀ ਦੇ ਥਰੂ ਸੁਣ ਕੇ ਤੇ ਉਹ ਸਮਝਦੇ ਨੇ ਕਿ ਇਹ ਕੰਮ ਖੁਦਾ ਹੁੰਦਾ ਹੈ। ਨੰਬਰ ਦੂਸਰੀ ਇਹ ਵੇ ਕਿ ਉਹਨਾਂ ਨੂੰ ਐਕਟਿਵ ਰੱਖਦਾ ਹੈ। ਐਕਟਿਵ ਰਹਿੰਦੇ ਨੇ। ਐਕਟਿਵ ਇਸ ਲਈ ਰਹਿੰਦੇ ਨੇ ਕਿ ਜੇ ਜਦੋਂ ਬੰਦਾ ਅਕਾਊਂਟੇਬਲ ਨਾ ਹੋਵੇ, ਚਰਚ ਦੇ ਮੈਂਬਰ ਵੀ, ਕਿ ਯਾਰ ਇਹ ਰੱਬ ਨੇ ਤੇ ਨਬੀ ਦੇ ਥਰੂ ਬੋਲ ਦੇਣਾ, ਕੀ ਹੈ, ਕੀ ਕਰਨ ਦੇ ਹੋ। ਸੋ ਉਹ ਐਕਟਿਵ ਰਹਿੰਦੇ ਨੇ। ਉਹਦੇ ਨੰਬਰ 2 ਤੀਸਰੀ ਚੀਜ਼ ਇਹ ਵੇ ਕਿ ਉਹ ਉਹਨਾਂ ਨੂੰ ਹੁਸ਼ਿਆਰ ਰੱਖਦਾ ਹੈ। ਠੀਕ ਹੈ। ਹਰ ਆਉਣ ਵਾਲੀ ਗੱਲ ਤੋਂ, ਹੈ ਕਿ ਨਾ ਤੁਸੀਂ ਐਂ ਚਲੋ ਤੇ ਠੀਕ ਰਹੋਗੇ, ਵਰਨਾ ਮਤਲਬ ਹੁਸ਼ਿਆਰ ਰੱਖਦਾ ਹੈ
ਕਿਸ ਤਰ੍ਹਾਂ ਰੱਖਦਾ ਹੈ? ਇਹ ਚੇਲਿਆਂ ਦੇ ਕਰਤੱਵ 11 ਦੀ 28 ਹੈ 11 ਦੀ 28 ਇਹਦੇ ਵਿੱਚ ਨਾ ਉਹ ਇੱਕ ਨਬੀ ਸੀ, ਠੀਕ ਹੈ, ਉਹ ਕਹਿਣ ਲੱਗਾ ਕਾਲ ਪੈ ਜਾਣਾ ਹੈ ਮੁਲਕ 'ਚ, ਹੈ ਨਾ। ਚਲੋ ਤੁਸੀਂ ਬਾਅਦ ਵਿੱਚ ਪੜ੍ਹਨਾ। ਸੋ ਚੇਲਿਆਂ ਦੇ ਕਰਤੱਵ 11 ਦੀ 28 ਤੇ 21 ਦੀ 10 ਤੋਂ 14, 10 ਤੇ 11 ਸੌਰੀ 21 ਦੀ 10 ਤੇ 11। ਇਹ ਜ਼ਰਾ ਦੁਹਰਾ ਦਿਓ। ਹਾਂਜੀ, ਆਪਾਂ ਚੇਲਿਆਂ ਦੇ ਕਰਤੱਵ 11 ਦੀ 28 ਤੇ ਚੇਲਿਆਂ ਦੇ ਕਰਤੱਵ 21 ਦੀ 10 ਤੇ 11। ਇਹ ਨਬੀ ਦਾ ਕੰਮ ਹੈ ਕਿ ਰੱਬ ਉਹਨੂੰ ਦੱਸਦਾ ਹੈ ਕਿ ਇਹ ਮੇਰੇ ਬੱਚਿਆਂ ਨੂੰ ਦੱਸੋ, ਠੀਕ ਹੈ, ਇਹ ਪੜ੍ਹ ਦਿਓ। ਹਾਂਜੀ, ਆਪਣੇ ਹੁਸ਼ਿਆਰ ਕਰਦਾ ਹੈ, ਉਹਨਾਂ ਨੂੰ ਐਕਟਿਵ ਰੱਖਦਾ ਹੈ, ਉਹਨਾਂ ਨੂੰ ਆਇੰਦਾ ਆਉਣ ਵਾਲੀ ਜਿਹੜੀਆਂ ਕੋਈ ਡਿਜ਼ਾਸਟਰ ਨੇ ਜਾਂ ਕੁਝ ਨੇ ਉਹਨਾਂ ਤੋਂ ਦੱਸਦਾ ਹੈ, ਜਾਂ ਰੂਹਾਨੀ ਤੌਰ ਤੇ, ਦੁਨਿਆਵੀ ਤੌਰ ਤੇ, ਖਾਨਦਾਨੀ ਤੌਰ ਤੇ, ਬਹੁਤ ਸਾਰੀ ਇਹ ਓਪਨ ਫੀਲਡ ਹੈਗੀ ਹੈ ਨਬੀ ਦੀ। ਹਾਂਜੀ, ਪਹਿਲਾਂ ਤੁਸੀਂ ਗ੍ਰੰਥੀਆਂ ਪਹਿਲਾ ਗ੍ਰੰਥੀ 14 ਦੀ 3 ਵੀ ਗਈ ਸੀਗੀ ਜੀ। ਹਾਂਜੀ, ਕਿ ਇਹ ਦਾਤ ਕੀ ਹੈ। ਹਾਂ, ਉਹ ਵੀ ਪੜ੍ਹਦੀ ਜੀ। ਹਾਂਜੀ, ਜਿਹੜਾ ਅਗੰਮਵਾ ਕਰਦਾ ਹੈ ਉਹ ਲਾਭ ਤੇ ਉਪਦੇਸ਼ ਅਤੇ ਤਸੱਲੀ ਲਾਭ, ਉਪਦੇਸ਼ ਤੇ ਤਸੱਲੀ ਦੀਆਂ ਗੱਲਾਂ ਕਰਨ ਨਾਲ ਕਰਦਾ ਹੈ, ਮਨੁੱਖ ਨਾਲ ਕਰਦਾ ਹੈ। ਹਾਂ, ਉਹ ਨਸੀਹਤ ਕਰਦਾ ਹੈ ਨਾ। ਹਾਂਜੀ, ਤੇ ਫਿਰ ਹੋ ਗਿਆ ਜੀ ਚੇਲਿਆਂ ਦੇ ਕਰਤੱਵ 11 ਦੀ 28। ਹਾਂਜੀ ਜੀ। ਤੇ ਉਸ ਦੇ ਵਿੱਚ ਲਿਖਿਆ ਹੈ ਇਸ ਤਰ੍ਹਾਂ, ਇੱਕ ਨੇ ਉਹਨਾਂ ਵਿੱਚੋਂ ਜਿਸ ਦਾ ਨਾਮ ਆਗਬੁਸ ਸੀ, ਅਗਬੁਸ ਸੀ, ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆ ਵਿੱਚ ਵੱਡਾ ਕਾਲ ਪਏਗਾ, ਜਿਹੜਾ ਕਲੌਦੀਅਸ ਦੇ ਸਮੇਂ ਵਿੱਚ ਪੈ ਗਿਆ। ਅੱਛਾ। ਹਾਂਜੀ, ਤੇ ਇਹ ਹੈ। ਹਾਂਜੀ, ਇੱਕ ਨੇ ਉੱਠ ਕੇ ਦੱਸਤਾ ਵੀ ਕਾਲ ਪੈਣਾ, ਕਾਲ ਪੈ ਜਾਣਾ। ਹਾਂ, ਠੀਕ ਹੈ, ਫੈਮਨ ਪੈ ਜਾਣਾ। ਹਾਂਜੀ। ਅੱਛਾ, ਤੇ ਫਿਰ ਹੈਗਾ ਚੇਲਿਆਂ ਦੇ ਕਰਤੱਵ 21 ਦੀ ਵੀ ਤੁਸੀਂ ਕਿਹਾ ਸੀ। ਇਹ ਨਬੀ ਹੈ। ਹਾਂ, ਇਹ ਖੁਦਾ ਨੇ ਦੱਸਿਆ ਨਾ। ਹਾਂ, ਉਹ ਆਪਣੇ ਕੋਲੋਂ ਤੇ ਨਹੀਂ ਦੱਸਦਾ। ਹਾਂ, ਉਹ ਪ੍ਰੋਫੈਸੀ ਕਰਦਾ। ਹਾਂਜੀ, ਵਿਚੋਲਾ ਹੈ। ਹਾਂਜੀ। ਹਾਂ, ਤੇ ਚੇਲਿਆਂ ਦੇ ਕਰਤੱਵ ਹੈਗਾ ਜੀ 21 ਦੀ 10। ਹਾਂਜੀ, ਤੇ ਅਤੇ ਜਾਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਮਬੁਸ ਨਾਮ ਦਾ ਇੱਕ ਨਬੀ ਯਹੂਦੀਆ ਤੋਂ ਉਤਰ ਆਇਆ। ਹਾਂਜੀ, ਉਸਨੇ ਸਾਡੇ ਕੋਲ ਆਣ ਕੇ ਪਲੂਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਉਂ ਆਖਦਾ ਹੈ ਕਿ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਸਦਾ ਇਹ ਪਟਕਾ ਹੈ ਇਸ ਤਰ੍ਹਾਂ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਹਵਾਲੇ ਕਰਨਗੇ। ਸੋ ਇਹ ਜਦੋਂ ਵਰਸਸ ਅਸੀਂ ਪੜ੍ਹਨੇ ਆ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਰਸੂਲਾਂ ਦੇ ਨਾਲ ਨਬੀ ਵੀ ਕੰਮ ਕਰਦੇ ਸਾਨੂੰ ਨਜ਼ਰ ਆ ਰਹੇ ਨੇ। ਠੀਕ ਹੈ। ਸੋ ਲੂਕਾ 11 ਦੀ 49 ਤੇ ਪਹਿਲਾ ਕਰੰਥੀਆਂ 12 ਦੀ 28 ਇਹ ਜਿਹੜੀ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਤੁਸੀਂ। ਠੀਕ ਹੈ। ਇਹ ਇਸ ਲਈ ਨਬੀ ਰਸੂਲਾਂ ਦੀ ਇਹ ਜਿਹੜਾ ਨਬੀ ਹੈ ਨਾ ਉਹ ਰਸੂਲ ਨਾਲ ਵੀ ਅਟੈਚ ਹੁੰਦਾ ਹੈ। ਇਹ ਜਿਹੜੀ ਅੱਗੇ ਵਰਸਸ ਤੁਸੀਂ ਪੜ੍ਹ ਲਈਆਂ ਸਨ। ਅੱਛਾ, ਆਪਾਂ ਲੂਕਾ 11 ਦੀ ਇਹ ਪੜ੍ਹੀ ਸੀ ਕਿ ਇਹ ਪਰਮੇਸ਼ਵਰ ਦੀ ਯੋਜਨਾ ਹੈ ਕਿ ਉਹਨੇ ਰਸੂਲ ਤੇ ਨਬੀਆਂ ਨੂੰ ਘੱਲਿਆ ਹੈ ਨਾ। ਤੇ ਫਿਰ ਇਹ ਜਿਹੜਾ ਇਹ ਭਵਿੱਖਬਾਣੀਆਂ ਕਰਕੇ ਹੈ ਨਾ ਜਿਹੜੀਆਂ ਇਹ ਹੁਣ ਵਰਸਸ ਪੜ੍ਹੀਆਂ ਨੇ ਕਿ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਯੂਹੰਨਾ 16 ਦੀ 12 ਤੋਂ 15 12 ਤੇ 13 ਆਏ। ਯੂਹੰਨਾ 16 ਦੀ 12 13 ਹਾਂ। ਇਹ ਖਤਰਾ ਦੱਸ ਰਿਹਾ ਹੈ ਨਾ। ਇਹ ਜਿਹੜੀ ਆਲਰੇਡੀ ਪੜ੍ਹ ਲਈ ਸੀ ਅਸੀਂ ਯੂਹੰਨਾ 16 ਦੀ 11 ਤੋਂ 13 12 ਹਾਂਜੀ 12 ਤੋਂ 13 12 ਇਹ ਨਹੀਂ ਪੜ੍ਹੀ ਨਹੀਂ। ਅੱਛਾ, ਇਹ ਪੜ੍ਹ ਦਿਓ। ਮਤਲਬ ਇਹ ਦੱਸਦਾ ਹੈ ਪਰਮੇਸ਼ਰ ਨੂੰ ਪੈਗਾਮ ਦੇ ਰਿਹਾ ਹੈ। ਸੋ ਇਹ ਨਬੀ ਦੀ ਇਹ ਇੱਕ ਮਿਨਿਸਟਰੀ ਹੈਗੀ ਹੈ। ਹਾਂ, ਅੱਛਾ ਜੀ। ਯੂਹੰਨਾ ਦੀ ਅੰਜੀਲ 16 ਦੀ 12 ਔਰ 13 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਤੁਸੀਂ ਸਹਾਰ ਨਹੀਂ ਸਕਦੇ। ਪਰ ਜਦੋਂ ਉਹ ਅਰਥਾਤ ਸੱਚਾਈ ਦਾ ਆਤਮਾ ਆਵੇ ਤਦ ਉਹ ਸਾਰੀਆਂ ਗੱਲਾਂ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਉਹ ਸੁਣੇਗਾ ਸੋਈ ਆਖੇਗਾ ਅਤੇ ਉਹ ਹੁਣ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ।
ਇਹ ਪਾਕ ਰੂਹ ਦੇ ਵਸੀਲੇ ਨਾਲ ਇਹ ਸਾਰੇ ਕੰਮ ਹੁੰਦੇ ਨੇ, ਪਾਕ ਰੂਹ ਤੋਂ ਇਲਾਵਾ ਕੋਈ ਨਹੀਂ ਜੇ। ਠੀਕ ਹੈ, ਸੋ ਇਹ ਹੀ ਹੈ ਕਿ ਯਿਸੂ ਨੇ ਕਿਹਾ ਸੀ ਬਹੁਤ ਗੱਲਾਂ ਦੱਸਣੀਆਂ ਨੇ, ਯਾਨੀ ਲੇਕਿਨ ਪਾਕ ਰੂਹ ਇਸ ਮਿਨਿਸਟਰੀ ਦੇ ਤਹਿਤ ਇਹ ਗੱਲਾਂ ਦੱਸਦਾ ਹੈ। ਔਰ ਜ਼ਾਹਿਰ ਹੈ ਕਿ ਉਹ ਕਹਿੰਦਾ ਮੇਰੇ ਕੋਲ ਲੈ ਕੇ ਦੱਸੇਗਾ, ਇਸ ਲਈ ਪਿਤਾ ਪੁੱਤਰ ਪਵਿੱਤਰ ਆਤਮਾ ਇਹ ਸਾਰੇ ਇਨਵੋਲਵ ਹੁੰਦੇ ਨੇ ਹਰ ਗੱਲ ਵਿੱਚ ਜਿੱਥੇ ਵੀ ਅਸੀਂ ਦੇਖੀਏ। ਠੀਕ ਹੈ, ਸੋ ਇਹ ਹੁਣ ਜਿਸ ਤਰੀਕੇ ਨਾਲ ਉਹ ਕਿਹੜਾ ਇੱਕ ਬਸ ਸੀਗਾ ਚੇਲਿਆਂ ਦੇ ਕਰਤੱਵ 21 ਦੀ ਕੀ ਸੀ 10 ਤੇ 11 ਪੜ੍ਹੀ ਸੀ ਅਸਾਂ ਚੇਲਿਆਂ ਦੇ ਕਰਤੱਵ 10 ਤੇ 11 ਹਾਂ ਨਏ ਨੇਮ ਵਿੱਚ ਕੀ ਪੜ੍ਹ ਲਿਆ, ਪੜ੍ਹ ਲਈ ਸੀ। ਇਹ ਉਹਨੇ ਪਟਕਾ ਲਿਆ ਹੈ ਨਾ, ਹਾਂ ਹਾਂ ਸਾਰਾ ਕੁਝ ਕੀਤਾ। ਹਾਂ ਸੋ ਇਹਦੇ ਇਲਾਵਾ ਵੀ ਯਿਸੂ ਨੇ ਤੇ 12 ਰਸੂਲ ਚੁਣੇ ਸਨ ਨਾ। ਜੀ। ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਪਾਲੂਸ ਰਸੂਲ ਵੀ ਹੋ ਗਿਆ, ਔਰ ਜਿਹੜਾ ਸਲਾਸ ਹੈ ਉਹ ਵੀ ਰਸੂਲਾਂ ਦੇ ਲਿਸਟ ਵਿੱਚ ਆ ਜਾਂਦਾ ਹੈ। ਸੋ ਇਹ ਇੱਕ ਇਹਦੇ ਵਿੱਚ ਕੋਈ ਸਵਾਲ ਹੈ ਤੇ ਇਹ ਪ੍ਰੋਫਿਟ ਆਪਾਂ ਕਰ ਰਹੇ ਹਾਂ। ਹਾਂ ਹਾਂਜੀ, ਇਹਦੇ ਵਿੱਚ ਸਵਾਲ ਹੈਗੇ ਆ ਜੀ, ਤੇ ਉਹ ਦੇਖ ਲਓ, ਕਿਉਂਕਿ ਇਹ ਹੀ ਇੱਕ ਗੱਲ ਸੀ ਕਿ ਇਹ ਉਹਦਾ ਐਟਰੀਬਿਊਟ ਹੈ। ਹਾਂ ਮਤਲਬ ਹੈਗਾ ਜੀ ਪ੍ਰੋਫਿਟ ਦਾ ਜਿਹੜਾ ਮੇਨ ਜਿਹੜਾ ਕੰਮ ਹੈਗਾ ਪ੍ਰੋਫੈਸੀ ਕਰਨਾ ਜਾਂ ਨਬੂਵਤ ਕਰਨਾ, ਤੇ ਉਹ ਪਰ ਵਾਰਨਿੰਗ ਵੀ ਦਿੰਦਾ ਹੈਗਾ, ਲੋਕਾਂ ਨੂੰ ਸਹੀ ਰਾਸਤੇ ਤੇ ਲੈ ਕੇ ਆਉਂਦਾ। ਉਹ ਆਪਣੇ ਕੋਲੋਂ ਨਹੀਂ ਦੱਸਦਾ, ਪਰਮੇਸ਼ਰ ਕੋਲੋਂ ਲੈ ਕੇ ਉਹ ਦੱਸਦਾ ਹੈ। ਬਿਲਕੁਲ। ਹਾਂਜੀ, ਤੇ ਅੱਜ ਕੱਲ੍ਹ ਦੇਖੋ ਜਿਹੜਾ ਕੰਮ ਪ੍ਰੋਫਿਟ ਜਿਹੜਾ ਰਸੂਲਾਂ ਦਾ ਹੈਗਾ, ਦੂਸਰਾ ਕੰਮ ਹੈਗਾ ਉਹ ਇਹਦੇ ਨਾਲੋਂ ਵੱਖਰਾ ਹੈਗਾ, ਪਰਮੇਸ਼ਰ ਤੋਂ ਲੈ ਕੇ ਦੱਸਦਾ ਆਹ ਮੈਸੇਜ ਆ। ਸਹੀ। ਇਹਦੇ ਵਿੱਚ ਜੀ ਕੰਮ ਬਹੁਤ ਖਤਰਨਾਕ ਹੈਗਾ ਇਹ ਮੈਨੂੰ। ਅੱਛਾ। ਮੈਨੂੰ ਇਹ ਕਿਉਂਕਿ ਇਹਦੇ ਵਿੱਚ ਬੜਾ ਡਰ ਹੈਗਾ ਕਰਨ ਦੇ ਵਿੱਚ, ਬੋਲਣ ਦੇ ਵਿੱਚ, ਕਿਉਂਕਿ ਤਾਂ ਕਿ ਜਿਹੜੀ ਪ੍ਰੋਫੈਸੀ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਪ੍ਰੋਫਿਟ ਜਿਹੜਾ ਕਰਦਾ ਹੈਗਾ ਕਿ ਉਹ ਕਈ ਵਾਰੀ ਨਹੀਂ ਪੂਰੀ ਹੁੰਦੀ, ਜਾਂ ਉਹ ਝੂਠਾ ਨਬੀ ਆ, ਜਾਂ ਉਹ ਕੀ ਹੈਗਾ ਆ। ਓਕੇ, ਜਿਹੜਾ ਝੂਠਾ ਨਬੀ ਜਿਹੜਾ ਕਹਿ ਦਿੰਦੇ ਆ ਉਹ ਕੀ ਹੁੰਦਾ ਪਹਿਲਾਂ ਦੇਖਦੇ ਹਾਂ। ਦੇਖੋ ਪੁਰਾਣੇ ਐਦਨਾਮੇ ਦੇ ਵਿੱਚ ਵੀ, ਬਲਕਿ ਪੁਰਾਣੇ ਤੇ ਨਵੇਂ ਨੇਮ ਵਿੱਚ, ਠੀਕ ਹੈ, ਪੁਰਾਣੇ ਨੇਮ ਵਿੱਚ ਤੇ ਸਿੱਧਾ ਵੀ ਜਿਹੜਾ ਨਬੀ ਗੱਲ ਕਰਦਾ ਉਹ ਪੂਰੀ ਨਾ ਹੋਏ ਤੇ ਉਹ ਝੂਠਾ ਨਬੀ ਹੈ। ਠੀਕ ਹੈ। ਅੱਛਾ, ਨਵੇਂ ਨੇਮ ਦੇ ਵਿੱਚ ਵੀ ਮਤੀ 24 ਦੇ ਵਿੱਚ, ਓਕੇ, ਉਹ ਆਪਾਂ ਪੜ੍ਹਦੀ ਹੈ ਜੀ ਪੁਰਾਣੇ ਨੇਮ ਦਾ। ਹਾਂਜੀ, ਨਵੇਂ ਨੇਮ ਦਾ ਪਹਿਲੇ ਪੜ੍ਹ ਲਓ। ਠੀਕ ਹੈ। ਮਤੀ 24 ਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਨਾ, ਹੈ ਨਾ, ਕਿ ਤੀਸਰੀ ਆਇਤ ਤੋਂ ਗਾਂ ਇਹ ਦੇਖੋ ਝੂਠੇ ਨਬੀ ਆਣਗੇ। ਠੀਕ ਹੈ। ਸੋ ਝੂਠੇ ਨਬੀ ਤੇ ਫਿਰ ਤੁਹਾਨੂੰ ਪਤਾ ਹੈ ਕਿ ਪ੍ਰੋਫਸੀਜ਼ ਕਰਨਗੇ, ਲੇਕਿਨ ਉਹ ਪੂਰੀਆਂ ਨਹੀਂ ਹੋਣਗੀਆਂ। ਠੀਕ ਹੈ। ਝੂਠਾ ਜੋ ਹੋਇਆ। ਸੋ ਇਹਦੇ ਵਿੱਚ ਹੋਰ ਕੋਈ ਬਰੀਕ ਗੱਲ ਤੁਹਾਡੇ ਜ਼ਿਹਨ ਵਿੱਚ ਹੈਗੀ ਹੈ? ਹਾਂ ਉਹ ਕੱਢੋ। ਹਾਂ ਉਹੀ ਮੈਂ ਉੱਥੇ ਕੀ ਲਿਆ ਰਿਹਾ ਜੀ। ਤੇ ਬਹੁਤ ਝੂਠੇ ਨਬੀ ਆਉਗੇ ਜਿਹੜੀਆਂ ਮਤਲਬ ਕਿ ਉਹ ਰੱਬ ਵੱਲੋਂ ਨਹੀਂ ਗੱਲਾਂ ਹੋਊਗੀਆਂ, ਐਸਾ ਹੋ ਜਾਏਗਾ। ਹਾਂਜੀ, ਕਿਉਂਕਿ ਆਪਣੇ ਵੱਲੋਂ ਕਹਿ ਰਹੇ ਹੈਗੇ। ਤੇ ਇਹਦੇ ਵਿੱਚ ਜੀ, ਠੀਕ ਹੈ, ਜਦੋਂ ਕੋਈ ਸੱਚਾ ਨਬੀ ਵੀ ਜਦੋਂ ਕੋਈ ਪ੍ਰੋਫੈਸੀ ਕਰਦਾ ਹੈ। ਅੱਛਾ, ਹੁਣ ਸੱਚੇ ਨਹੀਂ, ਪਹਿਲੇ ਇੱਧਰ ਹੀ ਆ ਜਾਓ। ਨਹੀਂ, ਉਹੀ ਝੂਠੇ ਵਾਲੇ ਆਵਾਂਗੇ ਲਿਆ ਕੇ ਝੂਠੇ। ਤੇ ਜੀ ਜਦੋਂ ਕੋਈ ਸੱਚਾ ਨਬੀ ਵੀ ਪ੍ਰੋਫੈਸੀ ਜੇ ਕੋਈ ਕਰਦਾ ਹੈ, ਅੱਛਾ, ਕਈ ਵਾਰੀ ਖੁੱਲ ਕੇ ਸਾਰਿਆਂ ਨੂੰ ਕਹੋ, ਖੁੱਲ ਕੇ। ਹਾਂ, ਖੁੱਲ ਕੇ ਕਹੋ। ਜੇ ਕੋਈ ਸੱਚਾ ਨਬੀ ਵੀ ਜੋ ਪਰਮੇਸ਼ਰ ਵੱਲੋਂ ਹੀ ਹੋਇਆ ਹੈਗਾ, ਵੀ ਰੱਬ ਇਸ ਤਰ੍ਹਾਂ ਚਾਹੁੰਦਾ ਹੈ, ਪਰ ਕਈ ਵਾਰ ਇੱਦਾਂ ਵੀ ਹੁੰਦਾ ਉਹਦੇ ਪਿੱਛੇ ਕੋਈ ਸ਼ਰਤ ਹੁੰਦੀ ਹੈ। ਅਗਰ ਹੁਣ ਉਹ ਸ਼ਰਤ ਨਹੀਂ ਬੰਦਾ ਉਸ ਮੁਤਾਬਕ ਚੱਲਦਾ ਤੇ ਉਹ ਕੰਮ ਨਹੀਂ ਹੁੰਦਾ, ਤੇ ਆਪਾਂ ਕਹਿ ਦਈਏ ਜੀ ਇਹ ਝੂਠਾ ਨਬੀ ਸਗਾ। ਅੱਛਾ। ਹਾਂਜੀ, ਜਿਸ ਤਰ੍ਹਾਂ ਮੂਸਾ ਨੂੰ ਰੱਬ ਨੇ ਭੇਜਿਆ, ਆਓ ਅਸੀਂ ਤੁਹਾਨੂੰ ਇੱਥੋਂ ਮਿਸਰ ਦੇ ਵਿੱਚੋਂ ਮੈਂ ਤੁਹਾਨੂੰ ਕੱਢ ਕੇ ਲੈ ਕੇ ਜਾਵਾਂਗੇ ਪ੍ਰੋਮਿਸ ਲੈਂਡ ਦੇ ਵਿੱਚ, ਵਾਅਦਾ ਕੀਤੇ ਹੋਏ ਤੇ ਸਿਰਫ 2 ਹੀ ਜਾਣੇ ਜਾ ਸਕੇ। ਹਾਂਜੀ, ਤੇ ਕੀ ਉਹ ਮੂਸਾ ਝੂਠ ਬੋਲਦਾ ਸੀਗਾ? ਕਿ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਏ ਹੈਗੇ ਆ, ਕਿਉਂਕਿ ਕਈ ਵਾਰੀ ਰੱਬ ਵਾਅਦਾ ਕਰਦਾ ਤੇ ਆਪਾਂ ਸੱਚਾ ਝੂਠਾ, ਜੇ ਪ੍ਰੋਫੈਸੀ ਨਹੀਂ ਪੂਰੀ ਹੋਈ ਤਾਂ ਝੂਠੀ ਆ ਜੀ, ਜੇ ਪੂਰੀ ਹੋਈ ਤਾਂ ਝੂਠੀ। ਇਹਦੀ ਬਰੀਕੀ ਦੇ ਵਿੱਚ ਜਾਣਾ ਚਾਹੁੰਦੇ ਆ। ਅੱਛਾ, ਬਰੀਕੀ 'ਚ। ਹਾਂ,
ਤੇ ਕਿ ਜਦੋਂ ਕੋਈ ਰੱਬ ਅੱਜ ਕੋਈ ਸੱਚਾ ਨਬੀ ਵੀ ਪ੍ਰੋਫੈਸੀ ਕਰਦਾ ਤੇ ਅਗਰ ਉਹ ਨਹੀਂ ਪੂਰੀ ਹੋਈ ਤਾਂ ਝੂਠੀ ਅੱਜ ਝੂਠਾ ਨਬੀ ਆ, ਕਿ ਇਸ ਤਰ੍ਹਾਂ ਹੀ ਹੁੰਦਾ ਜਾਂ ਉਹ ਇਨਸਾਨ ਤੇ ਵੀ ਕੁਝ ਡਿਪੈਂਡ ਕਰਦਾ ਹੈਗਾ, ਉਹਦੀ ਵੀ ਕੋਈ ਫਰਜ਼ ਹੁੰਦਾ, ਉਹਦੀ ਵੀ ਕੋਈ ਜ਼ਿੰਮੇਵਾਰੀ? ਹਾਲੇਲੂਇਆ, ਇਹ ਬਹੁਤ ਹੀ ਯਾਰ ਅੱਛੀ ਗੱਲ ਹੈ। ਦੇਖੋ, ਜੇ ਨਬੀ ਸੱਚਾ ਹੈ, ਹਾਂਜੀ, ਉਹਨੇ ਇੱਕ ਪ੍ਰੋਫੈਸੀ ਕੀਤੀ, ਦੋ ਗੱਲਾਂ, ਗੱਲ ਤੇ ਵੈਸੇ ਇੱਕ ਹੀ ਹੋਣੀ ਚਾਹੀਦੀ ਹੈ। ਅੱਛਾ, ਨੰਬਰ 1 ਕਿ ਪ੍ਰੋਫੈਸੀ ਹੋ ਗਈ ਔਰ ਪ੍ਰੋਫੈਸੀ ਨੂੰ ਰਿਸੀਵ ਕਰਕੇ ਉਹਨੂੰ ਐਕਟੀਵੇਟ ਕਰਨਾ ਹੁੰਦਾ ਹੈ, ਇਹ ਯਾਦ ਰੱਖਣਾ, ਠੀਕ ਹੈ। ਔਰ ਜਦੋਂ ਕੋਈ ਪ੍ਰੋਫੈਸੀ ਕਿਸੇ ਤੇ ਹੁੰਦੀ ਹੈ, ਭਵਿੱਖਬਾਣੀ ਹੁੰਦੀ ਹੈ, ਜੇ ਉਹ ਬੰਦਾ, ਹੁਣ ਇੱਥੇ ਪਹਿਲੀ ਤਾਂ ਇਹ ਗੱਲ ਹੈ ਕਿ ਪਹਿਲਾ ਕਰੰਥੀਆਂ 14 ਦੀ 29 ਆਇਤ ਦੇ ਮੁਤਾਬਿਕ ਅਸੀਂ ਪ੍ਰੋਫਿਟ ਨੂੰ ਨਹੀਂ, ਪ੍ਰੋਫੈਸੀ ਨੂੰ ਚੈੱਕ ਕਰਨਾ ਹੈ, ਯਾਨੀ ਭਵਿੱਖਬਾਣੀ ਨੂੰ ਚੈੱਕ ਕਰਨਾ ਹੈ, ਠੀਕ ਹੈ, ਪ੍ਰੋਫਿਟ ਨੂੰ ਨਹੀਂ, ਉਹਨੂੰ ਛੱਡ ਦਿਓ। ਹੁਣ ਪ੍ਰੋਫੈਸੀ ਇਹ ਵੇ ਕਿ ਉਹਨੂੰ ਪਰਖੋ। ਹੁਣ ਪਰਖਣੇ ਦੇ ਵਿੱਚ ਕੀ ਹੈ, ਨੰਬਰ 1 ਜਿਹਦੇ ਤੇ ਪ੍ਰੋਫੈਸੀ ਹੋਈ ਹੈ ਜਾਂ ਉਹਨੂੰ ਐਕਟੀਵੇਟ ਕੀਤਾ ਕਿ ਨਹੀਂ ਕੀਤਾ, ਉਹਨੂੰ ਐਕਸੈਪਟ ਕੀਤਾ ਕਿ ਨਹੀਂ ਕੀਤਾ। ਬਾਜ਼ ਪ੍ਰੋਫੈਸੀਜ਼ ਐਸੀਆਂ ਨੇ ਜਿਹੜੀਆਂ 40-40 ਸਾਲ, ਇਹਦਾ ਮਤਲਬ ਹੈ ਨਬੀ 'ਚ ਕੋਈ ਫਰਕ ਨਹੀਂ, ਪ੍ਰੋਫੈਸੀ 'ਚ ਫਰਕ ਨਹੀਂ, ਫਰਕ ਉਸ ਬੰਦੇ 'ਚ ਕਿ ਉਹਨੇ ਉਹਨੂੰ ਲਿਆ ਹੀ ਨਹੀਂ, ਐਕਟੀਵੇਟ ਨਹੀਂ ਕੀਤਾ। ਜਦੋਂ ਹੀ ਕੋਈ ਬੰਦਾ ਉਸ ਪ੍ਰੋਫੈਸੀ ਨੂੰ ਐਕਟੀਵੇਟ ਕਰਦਾ ਹੈ, ਸੈਕੰਡ ਸਟੈਪ ਜਿਹੜਾ ਦੂਸਰਾ ਕਰੰਥੀਆਂ 13 ਦੀ ਪਹਿਲੀ ਆਇਤ ਦੇ ਮੁਤਾਬਿਕ ਉਹ ਐਕਟੀਵੇਸ਼ਨ ਜਦੋਂ ਹੋ ਜਾਂਦੀ ਹੈ ਤਾਂ ਖੁਦਾ ਹੋਰਾਂ 2-3 ਜਗ੍ਹਾ ਤੋਂ ਉਹਨਾਂ ਨੂੰ ਕਨਫਰਮ ਕਰਦਾ। ਇਹਦਾ ਮਤਲਬ ਕੀ ਹੋ ਗਿਆ, ਪ੍ਰੋਫਿਟ ਵੀ ਠੀਕ ਹੈ, ਪ੍ਰੋਫੈਸੀ ਵੀ ਠੀਕ ਹੈ, ਫਰਕ ਕਿਹਦੇ 'ਚ ਆ ਗਿਆ, ਉਸ ਬੰਦੇ ਨੇ ਉਹਨੂੰ ਲਿਆ ਹੀ ਨਹੀਂ, ਆਟੋਮੈਟਿਕਲੀ ਨਹੀਂ ਹੁੰਦੀ, ਦੱਸਣਾ ਹੁੰਦਾ ਹੈ, ਅਨਾਉਂਸ ਕਰਨਾ ਹੁੰਦਾ ਹੈ। ਓਕੇ, ਹੁਣ ਕਰਨਾ ਕੀ ਪੈਂਦਾ ਹੈ ਇਹਦੇ ਲਈ, ਇਹ ਇੱਕ ਵਜ੍ਹਾ ਹੈ ਕਿ ਉਹ ਪੂਰੀ ਨਹੀਂ ਹੁੰਦੀ। ਔਰ ਲੋਕ ਕਹਿੰਦੇ ਕਿ ਉਹ ਮੇਰੇ ਤੇ ਪ੍ਰੋਫੈਸੀ ਹੋਈ ਸੀ, ਉਹ ਪ੍ਰੋਫਿਟ ਹੀ ਝੂਠਾ ਹੋਣਾ ਹੈ, ਪ੍ਰੋਫੈਸੀ ਗਲਤ ਹੋ ਗਈ, ਨਹੀਂ। ਇੱਕ ਤੇ ਇਹ ਵਜ੍ਹਾ ਹੈ, ਔਰ ਦੂਸਰੀ ਇਹ ਵਜ੍ਹਾ ਹੈ ਕਿ ਕਰਨਾ ਕੀ ਪੈਂਦਾ ਹੈ, ਮਸੀਹ ਯਿਸੂ ਸਾਡੇ ਸਵਰਗੀ ਪਿਤਾ, ਇਹ ਤੁਹਾਡੇ ਦਾਸ ਨੇ ਆਹ ਪ੍ਰੋਫੈਸੀ ਕੀ ਹੈ, ਜੇ ਤੁਹਾਡੇ ਵੱਲੋਂ ਨੇ ਤੇ ਮੈਂ ਚਾਹਨਾ ਕਿ ਇਹ ਮੇਰੀ ਤੇ ਮੇਰੇ ਖਾਨਦਾਨ ਦੇ ਵਿੱਚ ਇਹ ਐਕਟੀਵੇਟ ਹੋ ਜਾਏ। ਇਹਦਾ ਮਤਲਬ ਇਹ ਵੇ ਕਿ ਅਸੀਂ ਉਹਨੂੰ ਐਕਸੈਪਟ ਕਰਕੇ ਮੂੰਹੋਂ ਬੋਲ ਦਿੱਤਾ, ਕਿਉਂਕਿ ਜੇ ਬੋਲਿਆ ਤੇ ਖੁਦਾ ਉਹਨੂੰ ਕਰੇਗਾ। ਸੈਕੰਡ ਸਟੈਪ ਪ੍ਰੋਫੈਸੀ ਹੁੰਦਿਆਂ ਹੀ ਨਾ ਨਸ ਪਓ, ਕਿਉਂਕਿ ਟਾਈਮ ਹੁੰਦਾ ਹੈ, ਠੀਕ ਹੈ, ਟਾਈਮ ਹੈ। ਹੁਣ ਟਾਈਮ ਦਾ ਵੀ ਇੱਕ, ਖੁਦਾ ਦੋ ਚੀਜ਼ਾਂ ਨਾਲ ਕੰਸਰਨ ਹੈ ਸਰ ਜੀ, ਇੱਕ ਟਾਈਮ ਤੇ ਜਗ੍ਹਾ। ਇਹ ਜਦੋਂ ਦੋਏ ਚੀਜ਼ਾਂ ਟਾਈਮ ਤੇ ਜਗ੍ਹਾ ਕਲਿੱਕ ਹੁੰਦੀ ਹੈ ਫਿਰ ਇਹ ਚੀਜ਼ਾਂ ਪੂਰੀਆਂ ਹੁੰਦੀਆਂ। ਸੋ ਸੈਕੰਡ ਜਦੋਂ ਅਸੀਂ ਇਹ ਕਰਦੇ ਨੇ ਫਿਰ ਵੇਟ ਕਰਨਾ ਹੁੰਦਾ ਹੈ, ਵੇਟ, ਸਟਿਲ। ਇਹ ਨਹੀਂ ਕਿ ਮੂੰਹ ਬੰਦ ਰੱਖਣਾ ਹੈ, ਵੇਟ ਕਰਨੇ ਤੋਂ ਮੁਰਾਦ ਇਹ ਵੇ ਕਿ ਅਸੀਂ ਖੁਦਾ ਨੂੰ ਫੋਰਸ ਨਹੀਂ ਕਰ ਸਕਦੇ, ਲਾਰਡ ਡੂ ਇਟ ਨਾਓ, ਨੋ, ਅਸੀਂ ਵੇਟ ਕਰਨਾ ਹੈ, ਇਹ ਉਹਦੀ ਮਰਜ਼ੀ ਕਦੋਂ ਹੋਏ, ਲੇਕਿਨ ਇਹ ਸਟੈਪਸ ਅਸੀਂ ਲੈ ਕੇ ਸਬਰ ਦੇ ਨਾਲ ਆਸ ਰੱਖ ਕੇ ਇਹ ਦੇਖਣਾ ਹੈ ਕਿ ਕੀ ਹੋ ਰਿਹਾ। ਸੋ ਇੱਕ ਤੇ ਇਹ ਵਜ੍ਹਾ ਹੈਗੀ ਹੈ। ਹਾਂ, ਔਰ ਦੂਸਰਾ ਇਹ ਵੀ ਆਪਾਂ ਦੇਖਣਾ ਹੁੰਦਾ ਜੀ, ਜਿਹੜਾ ਵੀ ਪ੍ਰੋਫੈਸੀ ਉਹ ਵਚਨ ਦੇ ਮੁਤਾਬਕ ਹੋਣ ਵਿੱਚੋਂ ਦੇਖਣਾ ਜੀ। ਇਹ ਤੇ ਪਹਿਲੀ ਗੱਲ ਹੈ, ਪਰਖਣਾ ਕਿੰਜੇ। ਹਾਂ, ਪਰਖਣਾ, ਦੇਖੋ ਜੀ ਇਹ ਵਚਨ ਹੈ ਨਾ, ਇਹ ਉਹ ਇੱਕ ਕਸਵੱਟੀ ਹੈ, ਕਸੋਟੀ ਹੈ, ਕਸਵੱਟੀ ਜਿਹੜੀ ਸੁਨਿਆਰਾਂ ਕੋਲ ਹੁੰਦੀ ਹੈ। ਹੁਣ ਹਰ ਚਮਕਦੀ ਸ਼ਾਇਦ ਸੋਨਾ ਤੇ ਨਹੀਂ ਹੁੰਦੀ, ਉਹ ਫਿਰ ਉਹ ਕੋਈ ਸੋਨਾ ਖੜੋ ਨਾ ਤੇ ਉਹ ਪਹਿਲੇ ਤਾਂ ਉਂਝ ਹੀ ਵੇਖ ਲੈਂਦੇ ਨੇ, ਫਿਰ ਕਹਿੰਦੇ ਨੇ ਉਹਨੂੰ ਥੋੜ੍ਹਾ ਜਿਹਾ ਇੰਝ ਕਰਦੇ ਨੇ ਨਾ, ਉਹ ਪਤਾ ਲੱਗ ਜਾਂਦਾ। ਸੋ ਇਹ ਜੋ ਕਿ ਵੀ ਪ੍ਰੋਫੈਸੀ ਹੈ ਉਹ ਇਹਦੇ ਬਾਈਬਲ ਦੇ ਵਿੱਚੋਂ ਚੈੱਕ ਕਰਨੀ ਪੈਂਦੀ ਹੈ, ਇਹ ਹੀ ਪਰਖਣਾ ਹੁੰਦਾ ਹੈ ਕਿ ਇਹਦੇ ਵਿੱਚੋਂ ਗੁਜ਼ਾਰੋ, ਰਿਜ਼ਲਟ ਸਾਹਮਣੇ ਆ ਜਾਏਗਾ। ਸੋ ਮੇਨ ਗੱਲ ਇਹ ਹੈ ਕਿ ਇਹ ਗੱਲ ਹੈ, ਠੀਕ ਹੈ। ਜਦੋਂ ਅਸੀਂ ਇਹ ਸੱਚੀ ਪ੍ਰੋਫਿਟ ਦੀ ਗੱਲ ਤੁਸੀਂ ਕੀਤੀ ਹੈ, ਉਹਦੇ ਇਹ ਹੀ ਅਸੂਲ ਨੇ।
ਫਿਰ ਉਹ ਗੱਲ ਆਪਣੇ ਟਾਈਮ ਤੇ ਪੂਰੀ ਹੁੰਦੀ। ਪੂਰੀ ਹੋਏਗੀ। ਖੁਦਾ ਨੇ ਇਬਰਾਹਿਮ ਨਾਲ ਵਾਅਦਾ ਕੀਤਾ ਜਦੋਂ ਉਹ 75 ਸਾਲ ਦਾ ਸੀ। ਉਹ ਯਾਰ ਉਹ ਉਤਪਤੀ ਉਹਦੀ ਦ ਬੁੱਕ ਆਫ ਜੈਨੇਸਿਸ ਦੇ ਵਿੱਚ ਜਦੋਂ ਉਹ 18 ਚੈਪਟਰ ਵਿੱਚ ਆ ਗਿਆ ਨਾ, ਤੇ ਉਹ ਕਹਿ ਰਿਹਾ ਖੁਦਾਇਆ ਮੈਂ ਤਾਂ ਐਵੇਂ ਹੀ ਲਗਾ ਹੀ ਜਾ ਰਿਹਾ, ਮੇਰਾ ਇਹ ਜਿਹੜਾ ਜੋ ਕੁਝ ਵੀ ਤੂੰ ਦਿੱਤਾ ਹੈ ਇਹ ਹੀ ਸਾਂਭੇਗਾ ਨੌਕਰ। ਤੇ ਫਿਰ ਉੱਥੇ ਕਿਹਾ ਕਿ ਨਹੀਂ, ਤੇਰੇ ਵਿੱਚੋਂ ਮੈਂ ਇੱਕ ਇਸਹਾਕ ਦੀ ਗੱਲ ਹੋਣੀ, ਤੇ ਇਸਹਾਕ 100 ਸਾਲਾਂ ਦਾ 25 ਸਾਲ ਉਹਨੂੰ ਵੇਟ ਹੋਇਆ ਨਾ, ਵੇਟ ਹੋਇਆ ਹੈ, ਤੇ 25 ਸਾਲਾਂ 'ਚ ਉਹਨੂੰ ਮਿਲ ਗਿਆ। ਹਾਂਜੀ। ਸੋ ਡਿਪੈਂਡ ਕਰਦਾ ਹੈ ਸਰ ਕਿ ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਹਾਂ, ਔਰ ਤੁਸੀਂ ਇਹ ਬਹੁਤ ਵਧੀਆ ਕਿਹਾ ਜੀ ਵੀ ਕਿਸੇ ਪ੍ਰੋਫੈਸੀ ਨੂੰ ਜੋ ਵੀ ਆਉਂਦੀ ਹੈਗੀ ਕਹਿਣਾ ਪਰਮੇਸ਼ਰ ਜੇ ਅਗਰ ਤੇਰੇ ਵੱਲੋਂ ਆ ਤਾਂ ਤੇਰੀ ਮਰਜ਼ੀ ਪੂਰੀ, ਵਰਨਾ ਕੈਂਸਲ ਹੋ ਜਾਏ। ਹਾਂ, ਮੈਂ ਅਵੇਲੇਬਲ ਹੈਗਾ, ਨਹੀਂ ਤਾਂ ਕੈਂਸਲ ਹੋ ਜਾਏ। ਠੀਕ ਹੈ। ਔਰ ਇਹ ਆਪਾਂ ਇਦਾਂ ਹੀ ਕਰਨਾ, ਜੇ ਕੋਈ ਪ੍ਰੋਫੈਸੀ ਹੋਈ ਆ ਇਸ ਤਰ੍ਹਾਂ ਨਹੀਂ ਕਹਿਣਾ ਇਹ ਨਹੀਂ ਹੋ ਸਕਦਾ, ਇਦਾਂ ਨਹੀਂ ਹੋ ਸਕਦਾ, ਇਦਾਂ ਕਿੱਦਾਂ ਹੋ ਜਾਊਗਾ। ਨਹੀਂ, ਅਸੀਂ ਕਲੇਮ ਕਰਦੇ ਹਾਂ, ਕਲੇਮ ਪੋਜ਼ਿਟਿਵ ਅਗਰ ਹੈ ਹੋ ਜਾਏ, ਅਗਰ ਤੇਰੇ ਵੱਲੋਂ ਪਰਮੇਸ਼ਰ ਹੋ ਜਾਏ। ਅਗਰ ਅਸੀਂ ਉਹ 'ਤੇ ਨੈਗੇਟਿਵ ਕਰਦੇ ਹਾਂ ਇਦਾਂ ਨਹੀਂ ਉਹ ਹੋ ਰਹੇ ਹੋਣੀ ਹੈ ਕਿ ਨਹੀਂ, ਫਿਰ ਨਹੀਂ ਹੁੰਦੀ, ਫਿਰ ਨਹੀਂ ਹੋਣਾ। ਉਹਦੀ ਮੈਨੂੰ ਐਗਜ਼ਾਮਪਲ ਚੇਤਾ ਆ ਗਈ ਸੀ ਜਦੋਂ ਜ਼ਕਰੀਆ ਨੂੰ ਦੂਤ ਆਇਆ ਨਾ, ਤੇ ਉਹਨੂੰ ਕਿਹਾ ਵੀ ਤੇਰੇ ਘਰ ਉਹ ਬੇਟਾ ਹੋਊਗਾ, ਉਹਦਾ ਨਾਂ ਤੂੰ ਯਹੋਨਾ ਰੱਖਣਾ। ਉਹ ਕਹਿੰਦਾ ਮੈਂ ਬੁੱਢਾ ਹੋਇਆ, ਇਦਾਂ ਕਿੱਦਾਂ ਹੋ ਜਾਊਗਾ, ਕਹਿੰਦਾ ਤੇਰਾ ਮੂੰਹ ਬੰਦ, ਬੋਲ ਨਹੀਂ ਸਕਿਆ। ਕਾਹਤੇ ਬੰਦ ਕੀਤਾ? ਉਹ ਨੈਗੇਟਿਵ ਨਾ ਬੋਲੀ, ਨੈਗੇਟਿਵ ਨਹੀਂ ਬੋਲਣਾ, ਇਸ ਕਰਕੇ ਉਹਨੂੰ ਫਿਰ ਉਹ ਕੈਂਸਲ ਕਰੀ ਜਾ ਰਿਹਾ ਕੈਂਸਲ। ਤੇ ਹਾਂਜੀ, ਤੇ ਜਿਹੜਾ ਜਦੋਂ ਆਪਾਂ ਇਸ ਕਰਕੇ ਨੈਗੇਟਿਵ ਨਹੀਂ ਬੋਲਣਾ, ਜੇ ਵੀ ਕੋਈ ਪ੍ਰੋਫੈਸੀ ਹੋਈ ਆ ਪਰਮੇਸ਼ਰ ਅਗਰ ਤੇਰੇ ਵੱਲੋਂ ਪੂਰੀ ਹੋ ਦੱਸੋ ਮੈਂ ਕੀ ਕਰਾਂ। ਕਈ ਵਾਰੀ ਆਪਣੀ ਅਸੀਂ ਕੁਝ ਕਰਨਾ ਹੁੰਦਾ, ਤਿਆਰੀ ਕਰਨਾ, ਪ੍ਰੇਅਰ ਕਰਨਾ, ਉਹਦੇ ਬਾਰੇ ਪੁੱਛਣਾ, ਕਲੈਰਿਟੀ ਲੈਣਾ, ਡਬਲ ਚੈੱਕ ਕਰਨਾ। ਹਾਂਜੀ, ਤੇ ਉਹ ਪਰਮੇਸ਼ਰ ਕਈ ਵਾਰੀ ਹਾਂਜੀ ਔਰ ਵੇਟ ਕਰਕੇ ਵਿਸ਼ਵਾਸ ਤੇ ਖਲੋਣਾ, ਇਹ ਪੂਰੀ ਹੋਣੀ ਹੈ। ਬਿਲਕੁਲ ਜੀ। 25 ਸਾਲਾਂ ਬਾਅਦ ਉਹਨੂੰ ਬੱਚਾ ਮਿਲਿਆ, ਵਰਨਾ ਤਾਂ ਉਦੋਂ ਹੀ ਹੋ ਜਾਣਾ। ਹਾਂ। ਅੱਛਾ, ਗੱਲ ਕੀ ਕਹਿਣ ਦੀ ਹੈ ਕਿ ਪਹਿਲੇ ਵਾਅਦਾ ਕੀਤਾ ਸੀ ਉਹਨੇ 12 ਤੋਂ ਸ਼ੁਰੂ ਕਰ ਦੋ ਉਤਪਤੀ ਦੇ, ਕਰਦਿਆਂ ਫਿਰ ਉਹ 18 ਚੈਪਟਰ ਵਿੱਚ ਕਹਿੰਦਾ ਹੁਣ ਅਗਲੇ ਸਾਲ ਹੋ ਜਾਊਗਾ। ਉਦੋਂ ਉਹ 99 ਤੇ ਸਾਲ ਦੀ ਸੀ ਸਾਰਾ, ਤੇ 100 ਸਾਲ ਦਾ ਹੋ ਗਿਆ। ਐਨੀਵੇ, ਮਤਲਬ ਇਹ ਕਹਿਣ ਦਾ ਇਹ ਜਿਹੜੇ ਜੋ ਵੀ ਦੇਖੋ ਜ਼ਬੂਰ 141 ਵਰਸ 3 ਦੇ ਵਿੱਚ ਲਿਖਿਆ ਹੈ, ਮੇਰੇ ਮੂੰਹ ਤੇ ਪੈਰਾਂ ਬਿਠਾ। ਇਹ ਮੇਰੇ ਇਹ ਜਿਹੜੇ ਦਰਵਾਜ਼ੇ ਨੇ, ਇਹ ਬੁੱਲ, ਇਹਨਾਂ ਉੱਤੇ ਪੈਰਾਂ ਬਿਠਾ ਦੇ। ਜਿਹੜੀ ਚੀਜ਼ ਇਹਦੇ ਵਿੱਚੋਂ ਨਿਕਲਦੀ ਹੈ, ਇਹ ਜੋ ਅਸੀਂ ਬੋਲਨੇ ਆ ਇੱਕ ਕਿਸਮ ਦੇ ਬੀਜ ਨੇ, ਸੀਡ ਨੇ। ਤੇ ਜੇ ਅਸੀਂ ਪੋਜ਼ਿਟਿਵ ਬੋਲਾਂਗੇ, ਪੋਜ਼ਿਟਿਵ ਬੀਜ ਸੁੱਟਾਂਗੇ ਤੇ ਫਸਲ ਵੀ ਤੇ ਚੰਗੀ ਕੱਢ। ਇਸ ਲਈ ਖੁਦਾ ਨੇ ਉਹਦਾ ਮੂੰਹ ਬੰਦ ਕਰ ਦਿੱਤਾ। ਓਏ ਕੀ ਮਤਲਬ, ਤੂੰ ਕੀ ਮੇਰਾ ਪਲਾਨ ਹੈ? ਹਾਂ, ਤੇ ਤੂੰ ਐਵੇਂ ਵਿੱਚ ਬੋਲਣ ਡਿਆ, ਬੁੱਢਾ ਹੋ ਗਿਆ, ਇਹ ਹੋ ਗਿਆ। ਸੋ ਇਹ ਇਸੇ ਲਈ ਉਹ ਸਾਰਾ ਹੱਸ ਪਈ ਸੀ। ਉਹ ਖੁਦਾ ਨੇ ਕਿਹਾ ਤੂੰ ਯਿਸੂ ਸੀ। ਯਿਸੂ ਨੇ ਕਿਹਾ ਗੱਲ ਸੁਣ, 2 ਫਰਿਸ਼ਤੇ ਇੱਕ ਯਿਸੂ, ਕਿਹੜੇ ਰੂਪ ਵਿੱਚ? ਥੀਓਫਨੀ ਦੇ। ਅੱਛਾ, ਉਹਨੇ ਕਿਹਾ ਤੂੰ ਕਿਉਂ ਹੱਸੀ? ਉਹ ਕਹਿਣ ਲੱਗੀ ਨਹੀਂ ਮੈਂ ਨਹੀਂ ਹੱਸੀ, ਮਤਲਬ ਇਹ ਸੀ ਹੁਣ ਮੇਰੇ ਵਿੱਚੋਂ। ਸੋ ਹਮੇਸ਼ਾ ਜੋ ਪ੍ਰੋਫੈਸੀ ਹੁੰਦੀ ਹੈ ਉਹਨੂੰ ਐਕਟੀਵੇਟ ਕਰੋ। ਖੁਦਾਵੰਦ ਜੇ ਤੇਰੇ ਵੱਲੋਂ ਅਸੀਂ ਤਿਆਰ, ਔਰ ਫਿਰ ਵੇਟ ਕਰੋ, ਛੇਤੀ ਨਹੀਂ ਕਰਨੀ। ਜਿੰਨੀ ਦੇਰ ਤੱਕ ਉਹ ਫਿਰ ਖੁਦਾ 2-3 ਚੀਜ਼ਾਂ ਤੋਂ ਦੇਖੋ 10 ਤੇ ਦਿੰਦਾ, ਗਰਾਊਂਡ ਨਹੀਂ ਤਿਆਰ ਹੋਈ। ਸੋ ਇਹ ਤੇ ਝੂਠਾ ਨਬੀ ਤੇ ਝੂਠਾ ਹੀ ਹੈ। ਝੂਠਾ ਨਬੀ ਕੀ ਕਰਦੇ ਨੇ? ਝੂਠੇ ਨਬੀ 'ਚੋਂ ਜਿਹੜੇ ਪਾਕ ਰੂਹ ਦੇ 3 ਗਿਫਟ ਇੱਥੇ ਦੱਸੇ ਨੇ ਨਾ, ਜਿਹੜੇ ਕਿ ਗੁਪਤ ਕੰਮ ਕਰਦੇ ਨੇ, ਕਿ ਉਹ ਡਿਸਰਨਿੰਗ ਆਫ ਸਪਿਰਿਟ, ਰੂਹਾਂ ਦਾ ਪਰਖਣਾ, ਤੇ ਕਿਸੇ ਦਾ ਪਾਸਟ ਤੇ ਪ੍ਰੈਜ਼ੈਂਟ ਦੇ ਬਾਰੇ 'ਚ, ਤੇ ਕਿਸੇ ਦਾ ਥੋੜ੍ਹਾ ਜਿਹਾ ਫਿਊਚਰ ਦੇ ਬਾਰੇ 'ਚ। ਇਹ ਆਵਿਸ਼ਵਾਸੀਆਂ 'ਚ ਵੀ ਹੁੰਦੇ ਨੇ। ਬੇਸਿਕਲੀ ਉਹ ਪ੍ਰੋਫੈਸੀ ਨਹੀਂ ਕਰਦੇ। ਉਹ ਦੇਖੋ ਜਾਂ ਖੁਦਾ ਵੱਲੋਂ ਹੁੰਦੀ ਹੈ ਤੇ ਜਾਂ ਸ਼ੈਤਾਨ ਵੱਲੋਂ, ਜਾਂ ਇਨਸਾਨ ਦੇ ਆਪਣੇ ਵੱਲੋਂ। ਤੇ ਉਹ ਬੰਦਾ ਜਿਹੜਾ ਹੈ ਉਹ ਮਸੀਹ ਵੀ ਹੋ ਸਕਦਾ ਹੈ, ਉਹ ਠੀਕ ਠਾਕ ਪਾਕ ਰੂਹ ਨਾਲ ਵੀ ਭਰਿਆ ਹੋ ਸਕਦਾ ਹੈ। ਚੂੰਕਿ ਉਹ ਕਹਿੰਦਾ ਹੈ ਜੇ ਹੁਣ ਮੈਂ ਮੀਟਿੰਗ ਕਰਨ ਆਇਆ ਜਾਂ ਮੀਟਿੰਗ 'ਚ ਆ ਤੇ ਮੈਂ ਪ੍ਰੋਫੈਸੀ ਨਹੀਂ ਕੀਤੀ, ਲੋਕ ਇੰਝ ਆਖਣਗੇ। ਦੇਖੋ ਇਹ ਚੀਜ਼ਾਂ ਸੁਪਰ ਕ੍ਰਿਸਚਨ ਨਹੀਂ ਬਣਾਉਂਦੀਆਂ।
ਜਾਂ ਜੀ ਮੈਂ ਹੁਣ ਪ੍ਰੋਫਸੀ ਕਰਦਾ, ਜਾਂ ਆਈ ਪ੍ਰੋਫੈਸਾਈ, ਐਵੇਂ। ਉਹ ਇਹ ਪ੍ਰੋਫਸੀ ਕੀ ਹੈ? ਪ੍ਰੋਫਸੀ ਇਹ ਵੇ ਕਿ ਅਚਾਨਕ ਇਹ ਨਹੀਂ ਤੁਸੀਂ ਕਰ ਸਕਦੇ। ਟੀਚਿੰਗ ਪ੍ਰੀਚਿੰਗ ਜਿਹੜੀ ਹੈ ਉਹ ਪ੍ਰੀ ਪਲੈਨਡ ਹੋ ਸਕਦੀ ਹੈ। ਤੁਸੀਂ ਇਹ ਦਾਤਾਂ ਦੀ ਗੱਲ ਕਰਨੀ ਆ। ਇਹ ਜਦੋਂ ਪ੍ਰੋਫਿਟ ਦੀ ਮਿਨਿਸਟਰੀ ਹੁੰਦੀ ਹੈ, ਦੈਟ ਇਜ਼ ਅਲੱਗ ਗੱਲ। ਇਹ ਹੁਣ ਇੱਕ ਦਾਤ ਨੂੰ ਕਨਵਰਟ ਕਿੰਝ ਕਰਨਾ। ਐਨੀਵੇ, ਸੋ ਇਹ ਜਿਹੜੀ ਉਹ ਲੋਕਾਂ ਵਿੱਚ ਵਰਡ ਆਫ ਨੌਲੇਜ, ਵਰਡ ਆਫ ਵਿਜ਼ਡਮ, ਡਿਸਰਨਿੰਗ ਆਫ ਸਪਿਰਿਟ ਨਾਲ ਉਹ ਇਨਸਾਨ ਨਾਲੋਂ ਵੀ ਚੱਲਦੇ ਨੇ, ਸ਼ੈਤਾਨ ਨਾਲੋਂ ਵੀ ਹੁੰਦਾ ਹੈ ਕਿ ਉਹ ਉਹਨਾਂ ਦਾ ਫਿਊਚਰ ਦੱਸਣਗੇ, ਪਾਸਟ ਦੱਸਣਗੇ, ਲੇਕਿਨ ਉਹ ਪੂਰੀ ਨਹੀਂ ਹੋਏਗੀ। ਹੋਏਗੀ ਉਹ ਇੱਕਦਮ ਉਹਨਾਂ ਨੂੰ ਸਟੱਡੀ ਕਰ ਲੈਣਗੇ। ਸਾਈਕਿਕ ਲੋਕ ਨੇ ਨਾ, ਉਹ ਦੇਖਦੇ ਆ, ਉਹ ਫੋਰਹੈਡ ਯਾਨੀ ਅੱਗੇ ਦੀਆਂ ਗੱਲਾਂ ਉਹ ਮੱਥੇ ਵੇਖ ਕੇ ਦੱਸ ਦਿੰਦੇ ਨੇ। ਤੇ ਇਸ ਲਈ ਇਹ ਇੱਕ ਦੇਖਣਾ ਪੈਂਦਾ ਹੈ ਕਿ ਇਹ ਬੜਾ ਡੀਪ ਜਿਹਾ ਸਬਜੈਕਟ ਹੈ। ਤੇ ਹਾਲੇ ਆਪਣੇ ਕੋਲ ਹੈਗੇ 2-4 ਮਿੰਟ ਨਹੀਂ ਖੋਲ੍ਹੋ ਜੀ ਪਲੀਜ਼, ਇਹਨੂੰ ਖੋਲ੍ਹੋ। ਜਦੋਂ ਕੋਈ ਵੀ ਪ੍ਰੋਫੈਸੀ ਹੁੰਦੀ ਹੈਗੀ ਆ ਕਿਸੇ ਦੇ ਲਈ, ਭਈ ਰੱਬ ਤੁਹਾਨੂੰ ਆਹ ਇਸਤੇਮਾਲ ਕਰਨਾ ਚਾਹੁੰਦਾ, ਇਸ ਤਰ੍ਹਾਂ ਕਰੇਗਾ, ਇਸ ਤਰ੍ਹਾਂ ਕਰੇਗਾ, ਤੇ ਕਈ ਉਹ ਫਿਰ ਇਨਸਾਨ ਦੇ ਬੰਦੇ ਦੇ ਜਿਹੜਾ ਵੀ ਹੈਗਾ ਉਹਦਾ ਲਈ ਕੋਈ ਸ਼ਰਤ ਕਈ ਵਾਰੀ ਹੁੰਦੀ ਆ, ਉਹ ਵੀ ਅੱਗੇ ਵਧੇ। ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ, ਉਹ ਉੱਥੇ ਹੀ ਬਹਿ ਜਾਂਦਾ ਹੈ ਕਿ ਜੀ ਹੁਣ ਸਾਰਾ ਕੰਮ ਆਪੇ ਹੋ ਜਾਣਾ ਹੈ, ਹਾਂਜੀ, ਮੈਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ, ਹਾਂਜੀ। ਅਤੇ ਉੱਥੇ ਉਸ ਪ੍ਰੋਫੈਸੀ ਦੇ ਲਈ ਸਿਰਫ ਪ੍ਰੇਅਰ ਦੇ ਨਾਲ ਨਾਲ ਜਿਹੜੀ ਵੀ ਕਾਲਿੰਗ ਹੈਗੀ ਉਹਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰਨਾ ਵੀ ਹਾਂਜੀ ਤਿਆਰ। ਇਹ ਵੇ ਕਿ ਡੈਫੀਨੇਟ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੇ 'ਤੇ ਪ੍ਰੋਫਸੀ ਹੋਈ ਹੈ, ਠੀਕ ਹੈ, ਔਰ ਉਹਨੂੰ ਕਰਨਾ ਕੀ ਚਾਹੀਦਾ। ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੇਰੀ ਕਾਲਿੰਗ ਕੀ ਹੈਗੀ ਹੈ, ਮੈਨੂੰ ਕਿਸ ਉਹਦੇ ਵਿੱਚ ਖੁਦਾ ਯੂਜ਼ ਕਰਨਾ ਚਾਹੁੰਦਾ ਹੈ। ਜਿਸ ਤਰ੍ਹਾਂ ਹੁਣੇ ਅਸੀਂ ਇਹ ਦੇਖਿਆ ਉੱਥੇ ਕਿ ਪਾਲੂਸ ਲਈ ਹਨਨੀਆਂ ਨੂੰ ਖੁਦਾ ਯਿਸੂ ਦੱਸ ਰਿਹਾ ਕਿ ਬਈ ਇਹਨੂੰ ਮੈਂ ਪ੍ਰੋਫਸੀ ਹੋਈ ਨਾ ਕਿ ਇਹ ਮੇਰੀ ਜਗ੍ਹਾ ਦੁੱਖ ਚੁੱਕੇਗਾ, ਉਸ ਜਗ੍ਹਾ ਜਾਏਗਾ ਬਾਦਸ਼ਾਹਾਂ ਦੇ ਕੋਲ, ਸਾਰੀ ਜਗ੍ਹਾ, ਤਾਂ ਕਿ ਮੇਰਾ ਪ੍ਰਚਾਰ ਕਰੇ। ਹੁਣ ਉਹਨੂੰ ਇਹ ਜਿਹੜਾ ਹੈ, ਜਿਹੜੀ ਪ੍ਰੋਫਸੀ ਹੋਈ ਹੈ, ਉਹਦੇ ਵਿੱਚ ਗਿਫਟ ਵੀ ਪਤਾ ਲੱਗ ਜਾਂਦਾ ਬੰਦੇ ਨੂੰ। ਹੁਣ ਉੱਥੇ ਹੀ ਉਹਨੇ ਦੱਸ ਦਿੱਤਾ ਇਹ ਜਿਹੜਾ ਕੰਮ ਹੈ, ਇਹ ਜਗ੍ਹਾ ਜਗ੍ਹਾ ਮੇਰੇ, ਇਹ ਇੱਕ ਰਸੂਲ ਹੈ। ਇਸੇ ਲਈ ਇਹ ਸਟੱਡੀਜ਼ ਹੋ ਰਹੀ ਹੈ ਕਿ ਫਿਰ ਉਹ ਬੰਦਾ ਖੁਦਾਵੰਦ ਦੇ ਵਿੱਚ ਕਿਸ ਤਰ੍ਹਾਂ ਤਿਆਰੀ ਕਰ ਸਕਦਾ। ਗੱਲ ਇਹ ਹੈ, ਜੇ ਉਹਨੂੰ ਪਤਾ ਲੱਗ ਗਿਆ ਮੇਰੇ ਕੋਲ ਇਹ ਖਿਦਮਤ ਹੈ, ਉਹ ਪੁੱਤਰ ਮੈਂ ਤੈਨੂੰ ਜਗ੍ਹਾ ਜਗ੍ਹਾ ਇਸਤੇਮਾਲ ਕਰਾਂਗਾ, ਤੇਰੇ ਥਰੂ ਮੈਂ ਬਹੁਤ ਕੌਮਾਂ ਨੂੰ ਬਰਕਤ ਦਾਂਗਾ ਤੇਰੇ ਵਿੱਚੋਂ। ਉਹ ਫਿਰ ਇਹ ਦੇਖਣਾ ਪੈਂਦਾ ਹੈ ਕਿ ਉਹ ਫੌਰਨ ਫਿਰ ਉਹਦੇ ਲਈ ਦੁਆ ਕਰਿਆ ਕਰੇ, ਖੁਦਾਵੰਦ ਤੂੰ ਮੈਨੂੰ ਕਿੱਦਾਂ ਇਸਤੇਮਾਲ ਕਰਨਾ ਹੈ ਜੀ। ਫਿਰ ਉਹ ਲੋਕ ਕੀ ਕਰਦੇ ਨੇ, ਹਾਲਾਂਕਿ ਉਹਨਾਂ ਦੀ ਮਿਨਿਸਟਰੀ ਸ਼ੁਰੂ ਨਹੀਂ ਹੋਈ, ਉਹ ਉਸ ਦੇ ਮੁਤਲਕ ਹੋਰ ਜਿਹੜੇ ਲੋਕ ਜਿਹੜੇ ਮਿਨਿਸਟਰੀ 'ਚ ਨੇ ਉਹਨਾਂ ਨਾਲ ਕਨੈਕਟ ਹੋਣ ਦੀ ਕਰਦੇ ਨੇ, ਉਹਨਾਂ ਦੀਆਂ ਬੁੱਕਸ ਪੜ੍ਹਦੇ ਨੇ, ਉਹਨਾਂ ਦੇ ਮੈਸੇਜ ਸੁਣਦੇ ਨੇ, ਤਾਂ ਕਿ ਉਹ ਗਿਫਟ ਜਿਹੜਾ ਉਹਨਾਂ ਦੇ ਅੰਦਰ ਹੈ ਉਹ ਥੋੜ੍ਹਾ ਜਿਹਾ ਸਟੇਅਰ ਹੋਵੇ, ਹਿੱਲੇ, ਔਰ ਫਿਰ ਉਹ ਚੀਜ਼ਾਂ ਉਹਦੇ ਵਿੱਚ ਮਤਲਬ ਹੈ ਕਿ ਹਿੱਲਣੀਆਂ ਸ਼ੁਰੂ ਹੋ ਜਾਣ। ਹਾਂ, ਮਤਲਬ ਕਿ ਜੀ ਸ਼ਰਤ ਇਹ ਜਿਸ ਤਰ੍ਹਾਂ ਹੈਗਾ ਵੀ ਉਹਦੇ ਵਿੱਚ ਓਬੀਡੀਐਂਸ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਜੀ, ਇਜ਼ਰਾਇਲ ਨੂੰ ਪਰਮੇਸ਼ਰ ਨੇ ਕਿਹਾ ਸੀ ਮਿਸਰ 'ਚੋਂ ਬਾਹਰ ਕੱਢ ਕੇ ਲੈ ਕੇ ਆਵਾਂਗਾ, ਪਰ ਉਹਦੇ ਨਾਲ ਨਾਲ ਓਬੀਡੀਐਂਸ ਬਹੁਤ ਜ਼ਰੂਰੀ ਹੈਗੀ ਆ। ਇਹਦੇ ਵਿੱਚ ਇਹ ਨਹੀਂ ਹੈਗਾ ਹੁਣ ਉੱਦਾਂ ਹੀ ਬਸ ਇਹ ਬੈਠ ਜਾਓ ਹੁਣ ਆਰਾਮ ਨਾਲ ਆਪੇ ਸਾਰਾ ਕੁਝ ਹੋ ਜਾਣਾ, ਹਾਂਜੀ। ਅਤੇ ਠੀਕ ਹੈ ਜੀ, ਹਾਂਜੀ। ਅਤੇ ਦੂਸਰੀ ਗੱਲ ਜਿਹੜੀ ਹੈਗੀ ਆ, ਤੁਸੀਂ ਕਹਿਣ ਲੱਗੇ? ਨਹੀਂ, ਮੈਂ ਇਹ ਕਹਿ ਰਿਹਾ ਸਾਂ ਕਿ ਫਿਰ ਖੁਦਾ ਨੇ ਕਿਹਾ ਮੈਂ ਆਪਣੀ ਕਸਮ ਚੁੱਕ ਕੇ ਕਹਿਣਾ ਇਹਨਾਂ ਵਿੱਚੋਂ ਕੋਈ ਨਹੀਂ ਜਾਏਗਾ। ਔਰ ਦੇਖੋ ਯਸ਼ੂਆ ਕਾਲਬ ਤੇ ਜਿਹੜੀ ਨਵੀਂ ਪੋਦ ਸੀ ਖੜਿਆ ਤੇ ਹੈ, ਉਹ ਲੋਕ ਜਿਨ੍ਹਾਂ ਨੇ ਸ਼ੱਕ ਕੀਤਾ, ਜਿਹੜੇ ਬੁੜਬੁੜਾਏ, ਇਹ ਜਿਹੜਾ ਬੁੜਬੁੜਾਣਾ ਹੁੰਦਾ ਹੈ ਨਾ, ਹੁੰਦਾ ਹਾਂ, ਬੁੜਬੁੜਾਣਾ, ਮਤਲਬ ਸ਼ਿਕਾਇਤ ਕਰਨੀ, ਉਹ ਸਾਨੂੰ ਕੱਢ ਕੇ ਲਿਆਇਆ, ਉਹਨਾਂ ਨੂੰ ਮਿਸਰ ਦੀਆਂ ਹੰਡੀਆਂ ਯਾਦ ਆਉਂਦੀਆਂ ਸਨ। ਸੋ ਇਹਨੂੰ ਜਲਦੀ ਵਾਈਂਡ ਅਪ ਇਸ ਲਈ ਕਰਨੇ ਆ ਕਿ ਕਹਿਣ ਦਾ ਮਤਲਬ ਇਹ ਵੇ ਕਿ ਜਦੋਂ ਖੁਦਾ ਨੇ ਪ੍ਰੋਮਿਸ ਕੀਤਾ, ਉਹਨਾਂ ਨੇ ਧੀਰਜ ਨਹੀਂ ਕੀਤੀ, ਯਕੀਨ ਨਹੀਂ ਕੀਤਾ, ਬੁੜਬੁੜਾਏ,
ਉਹ ਬੜਬੜਾਣੇ ਨਾਲ ਉਹਨਾਂ ਨੂੰ 40 ਸਾਲ ਲੱਗ ਗਏ ਯਾਰ। ਅਸੀਂ ਅੱਜ ਵੀ ਅਗਰ ਇੱਕ ਗੱਲ ਲਈ ਬੜਬੜਾਨੇ ਆ ਹੈ, ਹਿਸਾਬ ਲਾ ਲਓ ਉੱਥੇ ਕੀ ਰੇਸ਼ੋ ਬਣ ਰਹੀ ਹੈ। ਦੇਖੋ ਸੋ ਸਾਨੂੰ ਉਹ ਉੱਥੇ ਕਹਿਣ ਲੱਗ ਪਏ ਵੀ ਇੱਥੇ ਸਾਨੂੰ ਮਾਰ ਦੇਣਾ ਲਿਆ ਕੇ, ਇਹਦੇ ਨਾਲ ਤਾਂ ਸਾਡੇ ਉੱਥੇ ਹੀ ਚੰਗੇ ਸੀਗੇ। ਕਈ ਵਾਰੀ ਰੱਬ ਜਦੋਂ ਕੁਝ ਦੱਸਦਾ ਹੈਗਾ ਉਹ ਵਿਲਡਰਨੈਸ ਵਿੱਚੋਂ ਦੀ ਕੱਢਦਾ ਆ, ਕੁਝ ਕਾਂਟੀ ਸ਼ਾਂਟੀ ਕਰਦਾ ਆ ਤੇ ਯਾਰੀ ਦੇ ਮੁਤਾਬਕ, ਤੇ ਥੋੜਾ ਸੇਕ ਲਗਾਉਂਦਾ ਆ, ਹਾਲਾਤ ਬਣਾਉਂਦਾ ਪਕਾਉਂਦਾ, ਹਾਂਜੀ ਮਿਲਾਵਟਾਂ ਕੱਢਦਾ, ਜੋ ਕਰਵਾਉਂਦਾ, ਯਾਰੀ ਕਰਵਾਉਂਦਾ, ਤੇ ਰੱਬ ਨੇ ਜਿੱਥੇ ਲੈ ਕੇ ਜਾਣਾ ਹੁੰਦਾ ਪਹਿਲਾਂ ਦੱਸਿਆ। ਪਰ ਉਸ ਟਾਈਮ ਬੰਦਾ ਬਣਿਆ ਰਹੇ, ਚੱਲਿਆ ਰਹੇ, ਤੇ ਇਹਨਾਂ ਇੰਤਜ਼ਾਰ ਕਰਦਾ ਰਹੇ। ਹਾਂ ਠੀਕ ਹੈ। ਹਾਂਜੀ। ਔਰ ਦੂਸਰਾ ਇਹ ਵੀ ਕਿ ਕਹਿੰਦਾ ਵੇਖੋ, ਕਿੱਧਰ ਵੇਖੋ, ਦੁਨਿਆਵੀ ਆਲਮ ਵਿੱਚ ਵੇਖੋ, ਰੂਹਾਨੀ ਆਲਮ ਵਿੱਚ, ਤੇ ਸੁਣੋ ਦੁਨਿਆਵੀ ਆਲਮ ਤੇ ਰੂਹਾਨੀ ਆਲਮ ਵਿੱਚ। ਹੁਣ ਗੱਲ ਕੀ ਹੈ ਕਿ ਇਹ ਬਹੁਤ ਜ਼ਰੂਰੀ ਹੈ। ਹਾਂਜੀ। ਤੇ ਹਾਂ, ਇੱਕ ਗੱਲ ਹੋਰ ਜੀ, ਜਿਹੜੀ ਪ੍ਰੋਫੈਸੀ ਜਿਹੜੀ ਝੂਠੀ ਹੋ ਸਕਦੀ, ਕਈ ਵਾਰੀ ਇਨਸਾਨ ਜਿਹੜਾ ਪ੍ਰੋਫੈਸੀ ਕਰਦਾ, ਪ੍ਰੋਫੈਸੀ ਬਦਲ ਤੁਸੀਂ ਜਦ ਸਿੱਧਾ ਪੱਧਰਾ ਦੱਸਦਾ, ਉਹ ਪਰਮੇਸ਼ਵਰ ਤੋਂ ਲੈ ਕੇ ਅੱਗੇ ਰੱਖਦਾ। ਕਈ ਵਾਰੀ ਜਿਹੜੀ ਇਨਸਾਨ ਪ੍ਰੋਫੈਸੀ ਕਰ ਦਿੰਦਾ ਆ, ਉਹ ਪਰਮੇਸ਼ਵਰ ਤੋਂ ਲੈ ਕੇ ਨਹੀਂ, ਉਹਦੀ ਆਪਣੀ ਇਮੋਸ਼ਨਸ, ਜਜ਼ਬਾਤ ਦੇ ਨਾਲ ਉਹ ਦੱਸ ਦਿੰਦਾ। ਉਹਦੇ ਵਿੱਚ ਇਮੋਸ਼ਨਸ ਆਪਣੀਆਂ ਆ ਜਾਂਦੀਆਂ ਹਾਂਜੀ, ਆਪਣੀ ਥੋਟ ਆ ਜਾਂਦੀ ਹੈਗੀ ਹੈ, ਤੇ ਉਹ ਫਿਰ ਇੱਕ ਚੀਜ਼ ਹੋ ਰਹੀ। ਖਾਦਮ ਵੀ ਠੀਕ ਹੈ, ਉਹਨੇ ਦੁਆ ਕੀਤੀ, ਦੁਆ 'ਚ ਉਹਨੂੰ ਕੋਈ ਥੋੜਾ ਜਿਹਾ ਯਕੀਨ ਹੋਇਆ ਔਰ ਉਹਨੇ ਅਨਾਉਂਸ ਕਰ ਦਿੱਤਾ। ਦੇਖੋ ਇਹ ਖਤਰੇ ਤੋਂ ਖਾਲੀ ਨਹੀਂ। ਉਹਨੇ ਦੁਆ ਕੀਤੀ ਵਿਸ਼ਵਾਸ ਨਾਲ, ਠੀਕ ਹੈ, ਵਿਸ਼ਵਾਸ ਨੇ ਕੀਤੀ, ਉਹਨੂੰ ਇਹ ਲੱਗਿਆ ਕਿ ਇਹ ਕੰਮ ਹੋਏਗਾ, ਲੇਕਿਨ ਪਾਕ ਰੂਹ ਨੇ ਇਜਾਜ਼ਤ ਅਗਰ ਨਹੀਂ ਦਿੱਤੀ ਕਿ ਤੂੰ ਇਹਨੂੰ ਅਨਾਉਂਸ ਕਰ, ਅਗਰ ਉਹ ਕਰੇਗਾ, ਉਹਦੇ ਹੋ ਸਕਦਾ ਉਹਦਾ ਫੇਥ ਸੀਗਾ, ਉਹਨੂੰ ਦੁਆ 'ਚ ਥੋੜੀ ਜਿਹੀ ਹੋਈ, ਲੇਕਿਨ ਉਹਦਾ ਪੂਰਾ ਅਰਥ ਨਹੀਂ ਖੁੱਲਿਆ ਜਾਂ ਪੂਰਾ ਰੈਵੋਲੇਸ਼ਨ ਨਹੀਂ ਖੁੱਲਿਆ, ਤੇ ਉਹ ਕਹਿ ਦੇਗਾ ਕਿ ਇਹ ਹੋ ਜਾਏਗਾ, ਉਹ ਹੋ ਜਾਏਗਾ, ਔਰ ਨਹੀਂ ਹੁੰਦਾ। ਦਿਸ ਇਜ਼ ਅਨਦਰ ਏ। ਹੋਲੀ ਸਪਿਰਿਟ ਦੱਸੇਗਾ ਕੀ ਕਰਨਾ ਹੈ, ਕੀ ਨਹੀਂ ਕਰਨਾ। ਉਹਦਾ ਆਪਣਾ ਮਾਈਂਡ ਵੀ ਆ ਸਕਦਾ ਹੈ। ਦੇਖੋ ਨਾ, ਪ੍ਰੋਫਸੀ 'ਚ ਵੀ ਪਰਮੇਸ਼ਵਰ ਵੱਲੋਂ, ਸ਼ੈਤਾਨ ਵੱਲੋਂ, ਇਨਸਾਨ ਦੇ ਆਪਣੇ ਇਮੋਸ਼ਨ ਦੇ ਨਾਲ, ਤੇ ਜਾਂ ਹਾਲਾਤ ਵੇਖ ਕੇ ਜੋ ਚੱਲ ਰਹੇ ਨੇ ਉਹਦਾ ਜ਼ਿਹਨ ਕਰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਰੂਹਾਨੀ ਆਲਮ ਵਿੱਚ ਟੱਚ ਕਰਦੀਆਂ ਨੇ, ਤੇ ਅਸੀਂ ਜਜ਼ਬਾਤ ਵਿੱਚ ਇਮੋਸ਼ਨਲੀ ਕੁਛ ਗੱਲਾਂ ਬੋਲ ਦਿੰਦੇ ਹਾਂ, ਤੇ ਉਹ ਗੱਲਾਂ ਕਹਿ ਲਓ, ਉਹਨੂੰ ਪ੍ਰੋਫਸੀ ਕਹਿ ਲਓ, ਲੇਕਿਨ ਉਹ ਖੁਦਾ ਅੰਦਰੋਂ ਨਹੀਂ। ਠੀਕ ਹੈ। ਸੋ ਸਾਨੂੰ ਕੀ ਕਰਨਾ ਚਾਹੀਦਾ ਹੈ? ਵੇਟ ਕਰਨਾ ਚਾਹੀਦਾ ਹੈ, ਹੁਸ਼ਿਆਰ ਰਹਿਣਾ ਚਾਹੀਦਾ ਹੈ। ਔਰ ਅਗਰ ਇਹ ਸਾਡੇ ਕੋਲ ਇਹ ਗਿਫਟ ਨਹੀਂ ਗਾ, ਹੈ ਨਾ, ਤੇ ਦੇਖੋ ਇਹ ਇੱਕ ਵਰਸ ਪੜ੍ਹ ਕੇ ਇਹ ਸਮਟਾਈਮਸ ਇਹ ਹੁੰਦਾ ਹੈ, ਇੱਕ ਇਹ ਹੁੰਦਾ ਹੈ ਕਿ ਪਹਿਲਾ ਕਰੰਥੀਆਂ 14 ਦੀ 29 ਆਇਤ ਦੇ ਵਿੱਚ, ਠੀਕ ਹੈ, ਕਿ ਪ੍ਰੋਫਿਟ ਵੀ ਬੋਲਣ, ਤੇ ਉਹਨਾਂ ਦੀ ਪ੍ਰੋਫਸੀਜ਼ ਨੂੰ ਚੈੱਕ ਕਰੋ, ਤੇ ਜੇ ਕਿਸੇ ਹੋਰ ਉੱਤੇ ਇਹ ਗੱਲ ਰਿਵੀਲ ਹੁੰਦੀ ਹੈ, ਉਹਦੀ ਵੀ ਸੁਣਨੀ ਹੈ ਨਾ। ਸੋ ਇਹ ਬੜਾ ਇੱਕ ਸੈਂਸਿਟਿਵ ਹੈ, ਮੂੰਹ ਤੋਂ ਕੱਢਣਾ, ਜਜ਼ਬਾਤ ਵਿੱਚ ਨਹੀਂ। ਇਹ ਆਇਤ ਪੜ੍ਹੋ। ਹਾਂਜੀ, ਇਹ 'ਚ ਲਿਖਿਆ ਹੈ ਜੀ, ਪਹਿਲਾ ਕਰੰਥੀਆਂ 14 ਦੀ 29, ਅਤੇ ਨਵੀਆਂ ਵਿੱਚੋਂ 2 ਅਥਵਾ 3 ਬੋਲਣ ਅਤੇ ਬਾਕੀ ਦੇ ਪਰਖਣ। ਅੱਗੇ ਬਸ ਇਹਨੇ ਇੰਗਲਿਸ਼ ਵਿੱਚ ਪੜ੍ਹੋ। ਹਾਂ, ਇਹ ਵੈਸੇ ਸਾਫ਼ ਹੀ ਕਲੀਅਰ ਹੀ ਹੁੰਦਾ ਜੀ। ਅੱਛਾ, ਨਵੀਆਂ ਵਿੱਚੋਂ ਨਹੀਂ, ਪੂਰੀ ਆਇਤ ਥੋੜੀ ਜਿਹੀ ਮੈਂ ਚਾਹ ਰਿਹਾ ਸੀ। ਅੱਛਾ, ਇਸ ਤੋਂ ਬਿਨਾਂ ਹੋਰ ਵੀ ਹੈਗੇ। ਓਕੇ ਜੀ, ਓਕੇ, ਆਪਾਂ ਪੜ੍ਹ ਲੈਂਦੇ ਹਾਂ ਜੀ। ਇੱਕ ਮੈਂ ਹੋਰ ਇਸ ਤੋਂ ਬਾਅਦ ਇੱਕ ਸਵਾਲ ਹੋਰ ਕਰਨਾ ਜੀ। ਜਿਹੜੀ ਝੂਠੇ ਨਬੀ ਹੈਗੇ ਆ, ਝੂਠੀ ਪ੍ਰੋਫੈਸੀ ਕਰ ਦਿੰਦਾ ਇਨਸਾਨ, ਕੋਈ ਸੇਵਕ ਪਰਮੇਸ਼ਰ ਦਾ, ਔਰ ਇਮੋਸ਼ਨ ਦੇ ਦੁਆਰਾ, ਜਜ਼ਬਾਤ ਦੇ ਦੁਆਰਾ, ਤੇ ਉਹਦੀ ਕੋਈ ਸਜ਼ਾ? ਦੇਖੋ ਜੀ, ਜਦੋਂ ਕੋਈ ਬੰਦਾ ਇਹ ਕਹਿੰਦਾ ਇਹ ਮੈਨੂੰ ਰੱਬ ਨੇ ਦੱਸਿਆ, ਖੁਦਾ ਦਾ ਨਾਮ ਬੇਫਾਇਦਾ ਨਹੀਂ ਲੈਣਾ, ਠੀਕ ਹੈ, ਬਿਲਕੁਲ। ਔਰ ਸਜ਼ਾ ਤੇ ਉਹਦੀ ਇਹੀ ਹੋਏਗੀ ਕਿ ਨੰਬਰ 1 ਕਿ ਉਹ ਨਰਕਾਂ 'ਚ ਤਾਂ ਨਹੀਂ ਜਾਏਗਾ, ਲੇਕਿਨ ਲੋਕਾਂ 'ਚ ਬੜਾ ਸ਼ਰਮਿੰਦਗੀ ਉਹਨੂੰ ਬਰਦਾਸ਼ਤ ਕਰਨੀ ਪਏਗੀ, ਔਰ ਉਹਦੇ ਅੰਦਰ ਡਿਸਕਰੇਜਮੈਂਟ ਆ ਜਾਣੀ ਹੈ, ਇਹ ਕੀ ਹੋ ਗਿਆ।
ਸੋ ਕਹਿਣ ਦਾ ਮਤਲਬ ਇਹ ਵੇ, ਅਗਰ ਪ੍ਰੋਫਸੀ ਦੀ ਦਾਤ ਹੈ ਤੇ ਇਹ ਕੰਮ ਜਿਹੜਾ ਪਬਲਿਕਲੀ ਹੈ, ਦੇਖੋ ਪ੍ਰੋਫਸੀ ਇੱਕ ਜਿਹੜੀ ਹੈ ਉਹ ਚਰਚ ਵਿੱਚ ਹੈ, ਇੱਕ ਜਿਹੜੀ ਪਬਲਿਕਲੀ ਹੈ ਦੈਟ ਇਜ਼ ਆਫਿਸ। ਅਗਰ ਉਹ ਹੀ ਬੰਦਾ ਆਫਿਸ ਵਿੱਚ ਵੜੇਗਾ ਤੇ ਉਹ ਗਲਤ ਹੋ ਜਾਏਗਾ। ਆਫਿਸ ਮੀਨਸ ਹਾਂਜੀ ਮੈਂ ਸਮਝਦਾ ਜੀ ਉਹਦਾ ਕੋਈ ਨਾ ਕੋਈ ਉਹਨੂੰ ਨੁਕਸਾਨ ਜ਼ਰੂਰ ਹੋਏਗਾ, ਕਿਉਂਕਿ Emotionally, ਉਹਨੂੰ ਰੂਹਾਨੀ ਤੌਰ ਤੇ ਉਹਦੇ ਜਦੋਂ ਕੀਤੇ ਕੰਮਾਂ ਦੇ ਮੁਤਾਬਕ ਜੋ ਰੱਬ ਨੇ ਪਰਮੇਸ਼ਰ ਨੇ ਰਿਵਾਰਡ ਦੇਣੇ ਆ, ਰਿਵਾਰਡ ਤੇ ਉਹਦਾ ਫਰਕ ਜ਼ਰੂਰ ਪਏਗਾ। ਕਿਉਂਕਿ ਉਹਦੇ ਨਾਲ ਅਗਰ ਕਿਸੇ ਨੂੰ ਗਲਤ ਪ੍ਰੋਫੈਸੀ ਹੋ ਗਈ, ਇਮੋਸ਼ਨ ਦੇ ਨਾਲ ਹੋ ਗਈ ਆ, ਆਪਣੇ ਜਜ਼ਬਾਤਾਂ ਦੇ ਨਾਲ ਹੋ ਗਈ ਆ, ਔਰ ਜਿਹੜੀ ਰੱਬ ਵੱਲੋਂ ਨਹੀਂ ਸੀ ਜੋ ਪ੍ਰੋਫੈਸੀ ਕੀਤੀ, ਉਹ ਨਾਲ ਉਹ ਜਿਹਦੇ ਲਈ ਕੀਤੀ ਹੈ ਉਹ ਮਿਸਗਾਈਡ ਹੋ ਸਕਦਾ ਹੈ। ਮਿਸਗਾਈਡ ਤੇ ਉਹ ਮਿਸਗਾਈਡ ਦਾ ਕਰਨ ਦਾ ਉਹਦਾ ਕੋਈ ਨਾ ਕੋਈ ਤਾਂ ਫਿਰ ਇਸ ਲਈ ਇਹ ਜਦੋਂ ਵੀ ਇਹੋ ਜੀ ਪਬਲਿਕਲੀ ਗੱਲ ਕਰਨੀ ਹੈ ਹਾਂ ਤੇ ਪਲੀਜ਼ ਉਹ ਇਹ ਜਿਹਦੇ ਕੋਲ ਇਹ ਦਾਤ ਹੈਗੀ ਹੈ ਉਹ ਮਿਨਿਸਟਰੀ ਦੀ ਵਿੱਚ ਨਾ ਵੜੇ, ਆਫਿਸ ਦੇ ਵਿੱਚ। ਅਗਰ ਹੈ ਤੇ ਉਹ ਕਿਸੇ ਪ੍ਰੋਫਿਟ ਨਾਲ ਕਨੈਕਟ ਹੋਏ ਤੇ ਉਹਨੂੰ ਮੈਨਰਸ ਸਿਖਾਏ ਜਾਂਦੇ ਨੇ ਕਿ ਇਹ ਤੂੰ ਗੱਲ ਕਰਨੀ ਹੈ ਨਹੀਂ ਕਰਨੀ। ਠੀਕ ਹੈ ਜੀ। ਹਾਂਜੀ, ਪਹਿਲਾ ਗ੍ਰੰਥੀਆਂ ਆਪਣੇ 14 ਦੀ 29 ਪੜ੍ਹਦੇ ਨੇ ਜੀ, ਤੇ ਆਪਾਂ ਉਸ ਤੋਂ ਬਾਅਦ ਫਿਰ ਬਸ ਖਤਮ ਕਰਦੇ ਹਾਂ ਛੇਤੀ। 2 or 3 prophets should speak and others should weigh carefully what is said। ਹਾਂਜੀ 2 ਜਾਂ 3। ਤੇ ਅਗਲੀ ਆਇਤ ਕੀ ਹੈ? ਅਗਲੀ ਦੇ ਵਿੱਚ ਲਿਖਿਆ ਹੈਗਾ and if a revelation comes to someone who is sitting down, the first speaker should stop। ਇਹ ਪ੍ਰੋਫਿਟ ਤੋਂ ਇਲਾਵਾ ਵੀ ਅੱਛਾ, ਇਹ ਬਿਲਕੁਲ ਇਹ ਗੱਲ ਠੀਕ ਹੈ। ਤੇ ਉਹ ਇਮੋਸ਼ਨਲੀ ਬੰਦਾ ਖੁਦ ਹੀ ਉਹ ਸ਼ੈਤਾਨ, ਫਿਰ ਉਹਨੂੰ ਸ਼ੈਤਾਨ ਨੇ ਮੌਕਾ ਦੇ ਦਿੱਤਾ ਔਰ ਉਹ ਬੰਦਾ ਫਿਰ ਕਹੇਗਾ, ਉਹਦੇ ਈਮਾਨ ਨੂੰ ਘੱਟ ਕਰੇਗਾ। ਬਈ ਇਸ ਲਈ ਪ੍ਰੋਟੋਕੋਲ ਬਹੁਤ ਜ਼ਰੂਰੀ ਹੈ। ਐਵੇਂ ਹੀ ਇਸ ਲਈ ਜਿਹਦੇ ਵਿੱਚ ਦਾਤ ਆਪਰੇਟ ਹੋ ਰਹੀ ਹੈ ਉਹਨੂੰ ਪਬਲਿਕ ਸੈਕਟਰ ਵਿੱਚ ਪਬਲਿਕਲੀ ਉਹ ਵਾਈਡ ਕਰੇ, ਵਰਨਾ ਗਲਤ ਹੋ ਜਾਂਦੀ ਹੈ। ਹਾਂਜੀ, ਤੇ ਜਿਹੜਾ ਜੀ ਵਰਡ ਆਫ ਵਿਜ਼ਡਮ ਤੇ ਵਰਡ ਆਫ ਨੌਲੇਜ ਤੇ ਡਿਸਰਨਿੰਗ ਆਫ ਸਪਿਰਿਟ, ਹਾਂ ਇਹ ਜਿਹੜਾ ਵਰਡ ਆਫ ਨੌਲੇਜ ਵਰਡ ਆਫ ਵਿਜ਼ਡਮ ਹੈ, ਇਹ ਪ੍ਰੋਫਿਟ ਦੇ ਵਿੱਚ ਆਪਰੇਟ ਹੁੰਦਾ ਹੈ ਵੀ। ਦੇਖੋ ਜੀ, ਇਹ ਤੇ ਇੱਕ ਇਹ ਜਿਹੜੀਆਂ ਨੇ ਨਾ ਇਹ ਐਸੀਆਂ ਦਾਤਾਂ ਨੇ ਜਿਹੜੀਆਂ ਹਰ ਬਲੀਵਰ ਵਿੱਚ ਓਕੇ ਤੇ ਅਵਿਸ਼ਵਾਸੀ ਚ ਆਪਰੇਟ ਹੁੰਦੀਆਂ। वर्ड ऑफ नॉलेज वर्ड ऑफ विजडम। हाँ, वर्ड ऑफ विजडम की ये फ्यूचर के बारे दसना। चेलियां दे करतब 16 ਦੀ 16 ਤੋਂ 18 एक औरत सी ਉਹ ਪਾਲੂਸ ਤੇ ਉਹਦੇ ਸਾਥੀਆਂ ਲਈ ਫਿਊਚਰ ਦੇ ਬਾਰੇ ਦੱਸਣ ਦੀ। ਠੀਕ ਹੈ, ਤੇ ਇਨਸਾਨ ਦੀ ਅੱਛਾ ਤੇ ਜਿਹੜਾ ਫਿਊਚਰ ਬਾਰੇ ਵਰਡ ਆਫ ਵਿਜ਼ਡਮ ਹੋ ਗਿਆ ਹੈ ਨਾ, ਵਰਡ ਆਫ ਵਿਜ਼ਡਮ ਤੇ ਵਰਡ ਆਫ ਨੌਲੇਜ ਜਿਹੜਾ ਹੈ ਉਹ ਕਿਸੇ ਦਾ ਪਾਸਟ ਤੇ ਪ੍ਰੈਜ਼ੈਂਟ ਦੇ ਬਾਰੇ ਚ ਇਹ ਹੀ ਬਾਬੇ ਵੀ ਕਰਦੇ ਨੇ। ਤੇ ਬਾਕੀ ਉਹ ਚੇਲਿਆਂ ਦੇ ਕਰਤਬ 8 ਵਿੱਚ ਇੱਕ ਜਾਦੂਗਰ ਸੀ, ਕਿਹੜਾ ਸ਼ਮਾਉਨ ਜਾਦੂਗਰ, ਉਹਦੀ ਆਪਣੀ ਰੂਹ ਦਾ ਸੀ। ਜਦੋਂ ਉਹ ਪਤਰਸ ਤੇ ਯੂਹੰਨਾ ਹੱਥ ਰੱਖ ਕੇ ਉਹਨਾਂ ਨੂੰ ਲੋਕਾਂ ਨੂੰ ਪਾਕ ਰੂਹ ਦਾ ਬਪਤਿਸਮਾ ਮਿਲਦਾ ਸੀ, ਉਹਦੀ ਆਪਣੀ ਖਾਹਿਸ਼। ਸੋ ਹਰ ਗੱਲ ਵਿੱਚ ਇਹ ਧਿਆਨ ਰੱਖਣਾ ਹੈ ਖੁਦਾ ਵੱਲੋਂ ਹੈ, ਸ਼ੈਤਾਨ ਵੱਲੋਂ ਹੈ, ਜਾਂ ਸਾਡੇ ਆਪਣੇ ਇਮੋਸ਼ਨਲੀ। ਬਿਲਕੁਲ ਸੋਹਣੀ ਗੱਲ ਤੁਸੀਂ ਕੀਤੀ ਹੈ, ਇਮੋਸ਼ਨਸ ਨਾਲ ਨਹੀਂ ਚੱਲਣਾ। ਇੱਕ ਆਪਾਂ ਛੋਟੇ ਫਿਨਿਸ਼ ਕਰਦੇ ਜੀ ਥੋੜਾ ਜਿਹਾ ਕਰਕੇ, ਜਿਹੜਾ ਤੁਸੀਂ ਕਿਹਾ ਜੀ ਜਿਹੜਾ ਵਰਡ ਆਫ ਵਿਜ਼ਡਮ ਹੈਗਾ ਉਹ ਆਉਣ ਵਾਲੇ ਭਵਿੱਖ ਦਾ ਉਹ ਦੱਸਦਾ ਹੈਗਾ। ਨਹੀਂ, ਹਾਂ, ਵਰਡ ਆਫ ਵਿਜ਼ਡਮ ਹਾਂ ਫਿਊਚਰ ਦਾ ਦੱਸਦਾ, ਆਉਣ ਵਾਲੇ ਭਵਿੱਖ ਦਾ ਹੈ ਹਾਂ ਦੱਸਦਾ। ਤੇ ਜਿਹੜਾ ਆਪਣੇ ਪ੍ਰੋਫਿਟ ਹੈਗਾ ਉਹ ਵੀ ਆਉਣ ਵਾਲੇ ਤੇ ਦੱਸਦਾ ਨਬੀ ਜਿਹੜਾ ਹੈਗਾ। ਤੇ ਦੋਨਾਂ ਵਿੱਚ ਕੀ ਫਰਕ ਹੋ ਗਿਆ ਜੀ? ਇਹ ਦੋਵਾਂ 'ਚ ਇਹ ਫਰਕ ਹੈ ਕਿ ਜਿਹੜਾ ਇਹ ਵਰਡ ਆਫ ਵਿਜ਼ਡਮ ਹੈ ਨਾ, ਉਹ ਫਿਊਚਰ ਦੇ ਬਾਰੇ ਦੱਸ ਰਿਹਾ। ਉਹ ਅਸਲ ਵਿੱਚ ਹੁੰਦਾ ਇਹ ਵੇ ਕਿ ਜਿਹੜਾ ਵਰਡ ਆਫ ਨੌਲੇਜ ਹੈ ਪਾਸਟ ਤੇ ਪ੍ਰੈਜ਼ੈਂਟ ਵਿੱਚ ਉਹਦੇ 'ਚ ਪਤਾ ਲੱਗਦਾ ਹੈ, ਉਹਦੇ ਤਲਕ ਨਾਲ ਇਹ ਅੱਗੇ ਫਿਊਚਰ ਦੇ ਬਾਰੇ ਦੱਸਦਾ ਹੈ। ਇਸ ਦਾ ਮਤਲਬ ਹੈ ਵਰਡ ਆਫ ਨੌਲੇਜ ਤੇ ਵਰਡ ਆਫ ਵਿਜ਼ਡਮ ਇਕੱਠੇ ਆਪਰੇਟ ਹੁੰਦੇ। ਉਹ ਤਾਂ ਠੀਕ ਆ। ਤੇ ਵਰਡ ਆਫ ਵਿਜ਼ਡਮ ਤੇ ਮੈਂ ਕਹਿੰਦਾ ਪ੍ਰੋਫੈਸੀ ਦੇ ਵਿੱਚ ਕੀ ਫਰਕ? ਬੜਾ ਮਾਈਨਰ ਜਿਹਾ ਫਰਕ ਹੈ। ਉਹ ਪ੍ਰੋਫੈਸੀ ਜਿਹੜੀ ਹੈ ਇਹ ਵਰਡ ਆਫ ਨੌਲੇਜ ਇਟਸੈਲਫ ਕੋਈ ਆਫਿਸ ਨਹੀਂ ਹੈ। ਹਾਂਜੀ, ਵਰਡ ਆਫ ਆਫਿਸ ਨਹੀਂ ਹੈ। ਵਰਡ ਆਫ ਵਿਜ਼ਡਮ ਠੀਕ ਹੈ। ਹਾਂ, ਇਹ ਉਨੀ ਇਹ ਦਾਤਾਂ ਤੱਕ ਚੱਲਦੀ ਹੈ, ਲੇਕਿਨ ਇਹ ਅੱਗੇ ਗੱਲ ਬਿਲਕੁਲ ਠੀਕ ਹੈ, ਮਾਈਨਰ ਹੀ ਫਰਕ ਹੈ।
ਲੇਕਿਨ ਇਹ ਪ੍ਰੋਫਿਟ ਦਾ ਆਫਿਸ ਹੈ, ਠੀਕ ਹੈ, ਆਫਿਸ ਬਣਦਾ ਹੈ। ਹਾਂਜੀ ਜਿਹੜਾ ਕਿ ਪਹਿਲਾ ਕਰੰਥੀਆਂ 12 ਦੀ 28 ਤੋਂ 31 ਦੇ ਵਿੱਚ ਜਾਈਏ ਨਾ, ਤੇ ਉੱਥੇ ਕਈ ਦਾਤਾਂ ਉਹ ਆਫਿਸ ਵਿੱਚ ਕਨਵਰਟ ਹੋ ਜਾਂਦੀਆਂ ਨੇ। ਤੇ ਦਾਤਾਂ ਵਿੱਚ ਰਸੂਲ ਦੀ ਨਹੀਂ ਬਿਆਨ ਕੀਤੀ ਗਈ, ਪਹਿਲਾ ਕਰੰਥੀਆਂ 12 ਦੀ 8 ਤੋਂ 11। ਅੱਛਾ ਠੀਕ ਹੈ। ਅੱਛਾ, ਮੇਰਾ ਪੁੱਛਣ ਮਤਲਬ ਇਹ ਸੀਗਾ, ਅਗਰ ਕੋਈ ਕਿਸੇ ਨੇ ਪ੍ਰੋਫੈਸੀ ਕੀਤੀ ਹੈਗੀ ਆ ਜਾਂ ਵਰਡ ਆਫ ਵਿਜ਼ਡਮ ਦੱਸਿਆ ਹੈਗਾ, ਸਾਨੂੰ ਇਹ ਕਿੱਦਾਂ ਪਤਾ ਲੱਗੇ ਇਹ ਵਰਡ ਆਫ ਵਿਜ਼ਡਮ ਦੱਸ ਰਿਹਾ ਜਾਂ ਇਹ ਪ੍ਰੋਫੈਸੀ ਦੱਸ ਰਿਹਾ? ਦੇਖੋ ਜੀ, ਇਹ ਦਾਤ ਤੱਕ ਤੇ ਚਰਚ ਦੇ ਲੈਵਲ ਤੱਕ ਤੇ ਜਿਹੜੀ ਹੈ ਨਾ ਆਪਸ ਵਿੱਚ, ਮਸਲਨ ਪੰਜਾਬੀ ਮਸੀਹ ਚਰਚ ਵਿੱਚ ਕੋਈ ਉੱਥੇ ਦੇ ਮੈਂਬਰ ਨੇ, ਉਹ ਕੋਈ ਗੱਲ ਕਰ ਰਿਹਾ ਹੈ ਨਾ, ਫਿਰ ਵੀ ਅਸੂਲ ਜਿਹੜਾ ਹੈ ਉਹ ਇਹ ਹੀ ਹੈ ਕਿ ਛੇਤੀ ਨਹੀਂ ਕਰਨੀ, ਭਾਵੇਂ ਉਹਨੇ ਠੀਕ ਕੀਤੀ ਹੈ, ਇਮੋਸ਼ਨਲੀ ਕੀਤੀ ਹੈ, ਕਿਸੇ ਵੱਲੋਂ ਕੀਤੀ ਹੈ, ਠੀਕ ਹੈ। ਜ਼ਾਹਿਰ ਹੈ ਹਰ ਇੱਕ ਦੇ ਅੰਦਰ ਪਾਕ ਰੂਹ ਹੈ, ਠੀਕ ਹੈ, ਉਹ ਸ਼ੈਤਾਨ ਵੱਲੋਂ ਤੇ ਨਹੀਂ ਹੋ ਸਕਦੀ। ਹਾਂ, ਉਹਨੂੰ ਥੋੜੀ ਹਿਸਟਰੀ ਦਾ ਪਤਾ ਹੈ ਤੇ ਉਹ ਜਜ਼ਬਾਤ ਵਿੱਚ ਕਰ ਸਕਦਾ ਹੈ। ਕਿਸੇ ਦਾ ਕਿਧਰੋਂ ਪਤਾ ਲੱਗ ਗਿਆ ਤੇ ਦੁਆ 'ਚ ਬੋਲ ਦਿੱਤੀ, ਵਰਡ ਆਫ ਨੌਲੇਜ ਬੋਲ ਦਿੱਤਾ, ਹੈ ਨਾ, ਤੇ ਨਾਲ ਹੀ ਬੋਲ ਦਿੱਤਾ ਕਿ ਐਦਾਂ ਵੇ ਤੇ ਤੁਹਾਡੇ ਲਈ ਆ ਕੁਛ, ਤਿੰਨੇ ਚੀਜ਼ਾਂ ਪ੍ਰੋਫੈਸੀ ਦੇਖਣੀਆਂ ਨੇ, ਉਹ ਬੋਲੇਗਾ। ਤੇ ਬਸ ਇਸੇ ਲਈ ਉਹ ਜਿਹੜਾ ਤੀਸਰਾ ਗਿਫਟ ਹੈ ਨਾ, ਉਹ ਦੱਸ ਦੇਗਾ ਡਿਸਰਨਿੰਗ ਆਫ ਸਪਿਰਿਟ ਕਿ ਯਾਰ ਇਹ ਆਪਣੇ ਕੋਲੋਂ ਕਰ ਰਿਹਾ ਜਾਂ ਇਹਨੂੰ ਕੁਝ ਪਤਾ ਹੈ, ਕਿਉਂਕਿ ਜਿਹੜੀ ਗੱਲ ਰੱਬ ਨੂੰ ਹੋਏਗੀ ਨਾ ਅੰਦਰ ਖੁੱਭ ਜਾਏਗੀ। ਹਾਂ ਠੀਕ ਹੈ ਜੀ, ਬਹੁਤ ਲੰਬਾ ਹੋ ਗਿਆ, ਨਬੀ ਦੀ ਫਿਨਿਸ਼ ਕਰਦੇ ਹਾਂ ਜੀ ਇੱਥੇ। 5 days। ਹਾਂ, ਆਪਾਂ ਪਰਮੇਸ਼ਰ ਪਿਤਾ ਦਾ ਸ਼ੁਕਰ ਕਰਦੇ ਹਾਂ, ਸਾਰੇ ਵਚਨ ਨੂੰ ਯਿਸੂ ਮਸੀਹ ਦੇ ਲਹੂ ਦੇ ਵਿੱਚ ਢੱਕਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ, ਹੇਰਾਫੇਰੀ ਨਾ ਕਰ ਸਕੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।